ਬਾਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸਤਿਗੁਰ ਮਮ ਬੇਰੀ ਕਟਹੁ, ਨਿਜ ਬੇਰੀ ਪਰਚਾਰ। ਇਹ ਬੇਰੀ ਹੋਏ ਭਵ ਸਫਲ, ਬਿਨ ਬੇਰੀ ਕਰ ਪਾਰ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਜੰਗ ਖੇਤ ਮੈਂ ਫਤਿਹ ਪਈ, ਗੁਰ ਜਬ ਹੈ ਦੁਹਾਈ ਤੁਰਕ ਪੁਕਾਰ। ਵਿਧੀ ਚੰਦ ਕੋ ਸ੍ਰੀ ਹਰਗੋਬਿੰਦ ਪਠਿਓ, ਦੀਨ ਤਿਨ ਲੇਹੋ ਉਬਾਰ। ਗਇਓ ਤੂ ਰੰਗ ਤਵਾਵਤ ਦੇਖੇ, ਬਰਜੇ ਪਟ ਨਹਿ ਕੀਜੈ ਹੈ ਮਾਰ। ਸਰਬ ਚਮੂ ਕੋ ਇਕੱਠੀ ਕਰਕੇ ਹਟਿਓ, ਬੋਲ ਸਤਿਗੁਰੂ ਜੈਕਾਰ। ਜੰਗ ਖੇਤ ਮੈਂ ਫਤਿਹ ਪਈ, ਗੁਰ ਜਬੈ ਦੁਹਾਈ ਤੁਰਕ ਪੁਕਾਰ। ਸੱਚੇ ਪਾਤਸ਼ਾਹ ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ, ਅੰਤਰਯਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ। ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ, ਸਾਡੇ ਸਾਰਿਆਂ ਦੀ ਇੱਜ਼ਤ ਰੱਖਣ ਵਾਲੇ, ਪੱਤ ਰੱਖਣ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਧੰਨ ਧੰਨ ਸਤਿਗੁਰੂ ਜੀ ਗਰੀਬ ਨਵਾਜ ਸਤਿਗੁਰੂ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਦੇ ਵਿੱਚ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ, ਬੜੇ ਹੀ ਪਿਆਰ ਦੇ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਧੰਨ ਧੰਨ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਪ ਜੀ ਬੜੇ ਹੀ ਪਿਆਰ ਦੇ ਨਾਲ ਸਰਵਣ ਕਰਦੇ ਹੋ। ਦੀਨ ਦੁਨੀਆ ਨੂੰ ਤਾਰਦੇ ਹੋਏ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂਸਰ ਮਹਾਰਾਜ ਦੀ ਧਰਤੀ ਉੱਤੇ ਪਹੁੰਚੇ। ਬਹੁਤ ਵੱਡਾ ਭਿਆਨਕ ਅਤੇ ਵਿਕਰਾਲ ਜੰਗ ਹੋਇਆ ਜੀ। ਲੱਲਾ ਬੇਗ ਫੌਜ ਲੈ ਕੇ ਗੁਰੂ ਜੀ ਦੇ ਉੱਤੇ ਚੜ੍ਹਾਈ ਕਰਕੇ ਆਇਆ ਸੀ। ਉਹਦਾ ਭਰਾ, ਉਹਦੇ ਪੁੱਤ, ਭਾਣਜਾ, ਕਿਵੇਂ ਉਹ ਸਾਰੇ ਹੀ ਖਤਮ ਹੋ ਗਏ, ਮਰ ਗਏ, ਫੌਜਾਂ ਮਰ ਗਈਆਂ। ਇਹਦੀ ਕਥਾ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਸਰਵਣ ਕੀਤੀ ਸੀ। ਲੱਲਾ ਬੇਗ ਇਕੱਲਾ ਹੀ ਮਹਾਰਾਜ ਨਾਲ ਫਿਰ ਜੰਗ ਕਰਦਾ ਹੈ। ਗੁਰੂ ਜੀ ਨੇ ਇੱਕ ਛਿਨ ਲਾਇਆ, ਜਿਵੇਂ ਫਿਰ ਤਾਰ ਦੇ ਨਾਲ ਸਾਬਣ ਕੱਟਿਆ ਜਾਂਦਾ ਹੈ ਨਾ, ਮਹਾਰਾਜ ਜੀ ਦੀ ਸ੍ਰੀ ਸਾਹਿਬ ਦੇ ਨਾਲ ਉਹਦੀ ਧੌਣ ਲੱਥ ਕੇ ਥੱਲੇ ਡਿੱਗ ਗਈ ਜੀ। ਅੱਖਾਂ ਖੁੱਲ੍ਹੀਆਂ ਹੀ ਰਹਿ ਗਈਆਂ। ਲੱਲਾ ਬੇਗ ਦਾ ਇਸ ਤਰੀਕੇ ਨਾਲ ਅੰਤ ਹੋਇਆ। ਹੁਣ ਆਪਾਂ ਅੱਗੋਂ ਕਥਾ ਸਰਵਣ ਕਰਾਂਗੇ। ਬੜੇ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਕਥਾ ਵਿੱਚ ਸੁਰਤੀਆਂ ਬਿਰਤੀਆਂ ਜੋੜੋ, ਗੱਜ ਕੇ ਸਾਰੀ ਸੰਗਤ ਕਹੋ ਜੀ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਆਓ ਸਾਰੀ ਸੰਗਤ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਜੰਗ ਖੇਤ ਮਹਿ ਫਤਿਹ ਪਈ, ਗੁਰ ਜਬਹਿ ਦੁਹਾਈ ਤੁਰਕ ਪੁਕਾਰ। ਜੰਗ ਦੇ ਮੈਦਾਨ ਦੇ ਵਿੱਚ ਗੁਰੂ ਘਰ ਦੀ ਬਹੁਤ ਵੱਡੀ ਜਿੱਤ ਹੋਈ ਜੀ, ਬੜੀ ਮਹਾਨ ਜਿੱਤ ਹੋਈ। ਤੇ ਜਿਹੜੀਆਂ ਲੱਲਾਂ ਬੇਗ ਦੀਆਂ ਥੋੜੀਆਂ ਜੀਆਂ ਫੌਜਾਂ ਰਹਿ ਗਈਆਂ ਨਾ ਮਾਤਰ, ਉਹਨਾਂ ਨੇ ਫਿਰ ਉੱਚੀ ਉੱਚੀ ਦੁਹਾਈ ਦੁਹਾਈ ਇਸ ਤਰੀਕੇ ਨਾਲ ਪੁਕਾਰ ਕੀਤੀ। ਦੁਹਾਈ ਦਾ ਮਤਲਬ ਹੁੰਦਾ ਸਾਡੇ ਤੇ ਰਹਿਮ ਕਰੋ, ਸਾਡੇ ਤੇ ਰਹਿਮ ਕਰੋ। ਵਿਧੀ ਚੰਦ ਕੋ ਸ਼੍ਰੀ ਹਰਗੋਬਿੰਦ ਪਠਿਓ, ਦੀਨ ਤਿਨ ਲੇਹੋ ਉਬਾਰ। ਹਜ਼ੂਰ ਮਹਾਰਾਜ ਨੇ ਬਾਬਾ ਬਿਧੀ ਚੰਦ ਜੀ ਨੂੰ ਭੇਜਿਆ। ਮਹਾਰਾਜ ਕਹਿੰਦੇ ਬਿਧੀ ਚੰਦ ਜੀ, ਜਿਹੜਾ ਤੇ ਨਿਮਾਣਾ ਹੋ ਕੇ ਇਹ ਕਹਿ ਰਿਹਾ ਦੁਹਾਈ ਦੁਹਾਈ, ਸਿੱਖਾਂ ਨੂੰ ਹੁਕਮ ਕਰੋ, ਸਾਡੇ ਵੱਲੋਂ ਉਹਨਾਂ ਨੂੰ ਮਾਰਨਾ ਨਹੀਂ ਹੈ, ਉਹਨਾਂ ਸਾਰਿਆਂ ਨੂੰ ਬਖਸ਼ ਦਿਓ। ਗਾਇਓ ਤੋ ਰੰਗਤ ਵਾਵਤ ਦੇਖੇ, ਬਰਜੇ ਭਟ ਨਹਿ ਕੀਜੈ ਮਾਰ। ਬਾਬਾ ਬਿਧੀ ਚੰਦ ਜੀ ਉਸੇ ਵੇਲੇ ਹੀ ਘੋੜਾ ਭਜਾਇਆ ਜੀ, ਕਿਉਂ ਜੰਗ ਦਾ ਮੈਦਾਨ ਕਿਹੜਾ ਛੋਟਾ ਸੀਗਾ ਜੀ। ਉਸੇ ਵੇਲੇ ਘੋੜਾ ਭਜਾਇਆ ਤੇ ਘੋੜਾ ਭਜਾ ਕੇ ਉਹਨ ਸਿੱਖਾਂ ਨੂੰ ਮਨਾ ਕੀਤਾ, ਨਾ ਭਾਈ ਜਿਹੜੇ ਦੁਹਾਈ ਦੇ ਰਹੇ ਉਹਨਾਂ ਨੂੰ ਮਾਰਨਾ ਨਹੀਂ। ਸਰਬ ਚਮੂ ਕੋ ਇਕੱਠੀ ਕਰਕੇ ਹਟਿਓ, ਬੋਲ ਸਤਿਗੁਰੂ ਜੈਕਾਰ। ਸੋ ਸਾਰੀਆਂ ਫੌਜਾਂ ਨੂੰ ਬਾਬਾ ਬਿਧੀ ਚੰਦ ਜੀ ਨੇ ਰੋਕ ਦਿੱਤਾ ਜੀ। ਜੰਗ ਬੰਦ ਹੋ ਗਿਆ ਤੇ ਗੁਰੂ ਜੀ ਦੇ ਸਿੱਖ, ਧੰਨ ਗੁਰੂ ਹਰਗੋਬਿੰਦ ਸਾਹਿਬ, ਗੁਰੂ ਜੀ ਦੀ ਜੈ, ਗੁਰੂ ਜੀ ਦੀ ਜਿੱਤ, ਇਹ ਕਹਿੰਦੇ ਹੋਏ ਵਾਪਸ ਆਏ। ਜੋ ਕਾਇਲ ਗੁਰ ਬੀਚ ਪਰਿਓ ਰਣ, ਤਿਸ ਕੀ ਸੁਧ ਕਰ ਲੀਨ ਉਠਾਏ। ਜੋ ਘਾਇਲ ਗੁਰ ਬੀਰ ਪਰਿਓ ਰਣ, ਜਿਹੜੇ ਸਤਿਗੁਰੂ ਜੀ ਦੇ ਸਿੱਖ ਸੂਰਮੇ ਜ਼ਖਮੀ ਹੋਏ ਸਨ ਨਾ ਜੀ, ਉਹਨਾਂ ਦੇ ਸਰੀਰ ਚੁੱਕ ਚੁੱਕ ਕੇ ਤੇ ਤੰਬੂਆਂ ਵਾਲੇ ਪਾਸੇ ਲੈ ਕੇ ਆਏ ਜੀ। ਹਾਂਜੀ, ਦੁੰਧਪ ਦੀਹੀ ਜੀਤ ਕੇ ਬਾਜਤ। ਸੋ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜਿੱਤ ਦੇ ਨਗਾਰੇ ਜਿਹੜੇ ਆ ਉਹ ਵੱਜੇ। ਸੁਭਟ ਪ੍ਰਮੋਦਤ ਭੇ ਸਮੁੰਦਾਏ। ਸਤਿਗੁਰੂ ਜੀ ਤੇ ਸਤਿਗੁਰੂ ਜੀ ਦੀਆਂ ਫੌਜਾਂ ਬਹੁਤੀਆਂ ਹੀ ਖੁਸ਼ ਹੋਈਆਂ ਵੀ ਮਹਾਰਾਜ ਜੀ ਦੀ ਜਿੱਤ ਹੋ ਗਈ ਹੈ, ਜੈ ਜੈਕਾਰ ਹੋ ਗਈ ਹੈ। ਜੋਧ ਸਹਿਤ ਜਹ ਸ਼੍ਰੀ ਹਰਗੋਬਿੰਦ। ਸੋ ਮਹਾਰਾਜ ਗਰੀਬ ਨਵਾਜ ਮਹਾਰਾਜ ਜੀ ਜੰਗ ਦੇ ਮੈਦਾਨ ਨੂੰ ਦੇਖ ਰਹੇ ਆ। ਰਾਏ ਜੋਧ ਮਹਾਰਾਜ ਜੀ ਦੇ ਪਾਸ ਖਲੋਤਾ ਹੈ। ਕਰਤ ਕੁਲਾਹਲ ਕੋ ਤਹ ਆਏ। ਸਭ ਫੌਜਾਂ ਚਾਅ ਕਰਦੀਆਂ, ਖੁਸ਼ੀ ਮਨਾਉਂਦੀਆਂ, ਆਪਣੇ ਸਤਿਗੁਰੂ ਜੀ ਆਪਣੇ ਮਾਲਕ ਜੀ ਵਾਲੇ ਪਾਸੇ ਆ ਰਹੀਆਂ ਹਨ। ਚਰਨ ਨਿਹੋਰਤ ਸਭ ਕਾਰ ਜੋਰਤ। ਸਾਰੇ ਗੁਰੂ ਦੇ ਸਿੱਖਾਂ ਨੇ ਆ ਕੇ ਪਤਾ ਕੀ ਕੀਤਾ ਜੀ, ਹੱਥ ਜੋੜੇ ਤੇ ਮਹਾਰਾਜ ਦੇ ਚਰਨਾਂ ਦੇ ਦਰਸ਼ਨ ਕੀਤੇ ਜੀ। ਆਪਾਂ ਵੀ ਜੋੜੀਏ, ਪਿਆਰ ਨਾਲ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਗੁਰ ਮਹਿਮਾ ਕਹਿ ਸੀਸ ਨਿਵਾਏ। ਤੇ ਗੁਰੂ ਸਾਹਿਬ ਜੀ ਦੀ ਮਹਿਮਾ ਦੇ ਵਿੱਚ ਸਿਰ ਨਵਾਇਆ ਜੀ ਆ ਕੇ ਜੀ। ਨਮਸਕਾਰ ਕੀਤੀ ਸਭ ਸਿੱਖਾਂ ਨੇ। ਚਾਅ ਚੜੇ ਪਏ ਐ, ਜੰਗ ਦੇ ਮੈਦਾਨ ਵਿੱਚ ਸਾਡੀ ਜਿੱਤ ਹੋ ਗਈ ਹੈ। ਹਾਂਜੀ, ਸਭ ਕੋ ਸਤਿਗੁਰ ਕਰਿਓ ਸੰਭਾਰਨ। ਗੁਰੂ ਸਾਹਿਬ ਮਹਾਰਾਜ ਨੇ ਸਾਰਿਆਂ ਦੀ ਸੰਭਾਲ ਕੀਤੀ ਜੀ। ਬੂਝਤ ਜੋਧ ਸੰਗ ਸਤ ਭਾਏ। ਸੋ ਮਹਾਰਾਜ ਗਰੀਬ ਨਵਾਜ ਰਾਏ ਜੋਧ ਨੂੰ ਇਹ ਗੱਲ ਕਹਿਣ ਲੱਗੇ ਹਨ, ਗਮਨੋ ਸਿਵਰ ਕਾਜ ਪਾ ਪੂਰਨ। ਹਾਂਜੀ, ਇਮ ਕਹਿ ਗਮਨ ਕੀਨ ਹਰ ਖਾਏ। ਮਹਾਰਾਜ ਕਹਿੰਦੇ ਰਾਏ ਜੋਧ ਹੁਣ ਤੁਸੀਂ ਆਪਣੇ ਡੇਰੇ ਜਾਓ, ਜੰਗ 'ਚ ਜਿੱਤ ਹੋ ਗਈ ਹੈ, ਕੰਮ ਆਪਣਾ ਪੂਰਾ ਹੋ ਗਿਆ ਜੀ। ਮਤਲਬ ਇੱਕ ਪਹਿਰ ਵਾਹਿਗੁਰੂ, ਇੱਕ ਦਿਨ ਪੂਰੀ ਜੰਗ ਨਹੀਂ ਚੱਲੀ ਜੀ, ਪਹਿਲਾਂ ਹੀ ਮਹਾਰਾਜ ਨੇ ਮੁਕਾ ਦਿੱਤੀ ਜੀ। ਹਾਂਜੀ, ਨਿਜ ਡੇਰੇ ਮਹਿ ਉਤਰੇ ਆਏ, ਸੋ ਗਿਨਵਾਏ ਜੋਧਾ ਸਮੁਦਾਏ। ਤੇ ਰਾਜਾ ਜੋਧ ਉਹ ਆਪਣੇ ਪੱਧਰ ਤੇ ਗੁਰੂ ਜੀ ਦੇ ਸਿੱਖ ਆਪਣੇ ਪੱਧਰ ਤੇ, ਸਾਰਿਆਂ ਨੇ ਫਿਰ ਇਹ ਗਿਣਵਾਇਆ। ਸੈਨਪਤੀ ਸਭ ਬੁਝਨ ਕੀਨ, ਕੇਤਕ ਸੁਪਟ ਰਹੇ ਰਣ ਥਾਏ। ਵੀ ਕਿੰਨੇ ਕੁ ਸਿੱਖ ਨੇ ਜਿਹੜੇ ਸ਼ਹੀਦ ਹੋਏ ਨੇ, ਕਿੰਨੇ ਕੁ ਜ਼ਖਮੀ ਹੋਏ ਆ, ਇਹ ਸਾਰੀ ਗੱਲ ਦੀ ਖਬਰ ਜਿਹੜੀ ਹੈ ਨਾ ਉਹ ਕਢਵਾਈ ਜੀ। ਹਾਂਜੀ, ਗਿਨ ਕੈ ਸਭਨ ਆਨ ਸੁਧ ਦੀਨਸ, ਮਹਾਰਾਜ ਰਾਵਰ ਕੇ ਵੀਰ। ਤੇ ਫਿਰ ਗਿਣ ਕੇ ਨਾ ਆ ਕੇ ਖਬਰ ਦਿੱਤੀ ਜੀ। ਖਬਰ ਕੀ ਖਬਰ ਦਿੱਤੀ? ਸੱਚੇ ਪਾਤਸ਼ਾਹ ਜੋਧ ਰਾਏ ਕੀ ਚਮੂ ਸਹਿਤ ਸਭ। ਰਾਏ ਜੋਧ ਦੀ ਜਿਹੜੀ ਫੌਜ ਹੈ
ਰਾਏ ਜੋਧ ਦੀ ਫੌਜ ਤੇ ਹਾਂਜੀ ਪਹੁੰਚੇ ਸੁਰਗ ਜੋ ਤਿਆਗ ਸਰੀਰ। ਤੇ ਆਪ ਜੀ ਦੇ ਸਿੱਖ ਜਿਹੜੇ ਜੰਗ ਵਿੱਚ ਸ਼ਹੀਦ ਹੋ ਗਏ ਤੇ ਸੱਚਖੰਡ ਨੂੰ ਗਏ ਨੇ। ਸਭ ਗਿਣ ਲੀਨ ਪਏ ਕਰ ਨਿਰਣੈ। ਮਹਾਰਾਜ ਉਹ ਸਾਰੇ ਅਸੀਂ ਗਿਣ ਲਏ ਹਨ, ਨਿਰਣਾ ਕਰ ਲਿਆ, ਉਹਨਾਂ ਦੀ ਗਿਣਤੀ ਵੇਖ ਲਈ ਹੈ ਸਾਰੀ। 201 ਸਹਸਰ ਰਣ ਧੀਰ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਤੇ ਫਿਰ ਦੱਸਿਆ ਕਿ 201 ਸਹਸਰ ਰਣ ਧੀਰ। ਹਜੂਰ ਮਹਾਰਾਜ ਉਹਨਾਂ ਵਿੱਚੋਂ 1200 ਸੂਰਮੇ ਜਿਹੜੇ ਆ ਸਾਡੇ ਸ਼ਹੀਦ ਹੋਏ ਹਨ ਜੀ। ਵੇਖ ਲਓ 4000 ਗੁਰੂ ਜੀ ਦੀ ਫੌਜ ਦੀ ਤੇ 1200 ਸ਼ਹੀਦ ਹੋਏ ਆ। ਅੱਧੀ ਫੌਜ ਵੀ ਜਿਹੜੀ ਆ ਨਾ ਉਹਦਾ ਵੀ ਨੁਕਸਾਨ ਨਹੀਂ ਪਹੁੰਚਾ ਸਕੇ ਜੀ। ਅੱਧੀ ਫੌਜ ਦਾ ਵੀ ਨੁਕਸਾਨ ਨਹੀਂ ਪਹੁੰਚਾ ਸਕੇ। ਉਧਰ ਲਗਭਗ 34000 ਤੋਂ ਵੱਧ ਬੰਦਾ ਮਰ ਗਿਆ ਜੀ। ਇਧਰ 1200 ਸਿੱਖ ਸ਼ਹੀਦ ਹੋਏ ਜੀ ਸਾਰੇ ਜੀ। ਹਾਂਜੀ। ਨਿਜ ਨਿਜ ਡੇਰੇ ਮਹਿ ਬਿਸਰਾਮੇ ਕਾਇਲ ਸੁਪਟ ਕਿਤਕ ਲੈ ਸਾਰ। ਸੋ ਮਹਾਰਾਜ ਜਿਹੜੇ ਜ਼ਖਮੀ ਹੋ ਗਏ ਆ ਉਹ ਆਪਣੇ ਆਪਣੇ ਡੇਰੇ ਆਪਣੇ ਆਪਣੇ ਤੰਬੂਆਂ ਵਿੱਚ ਆਰਾਮ ਕਰ ਰਹੇ ਆ। ਉਹਨਾਂ ਦੇ ਜ਼ਖਮੀਆਂ ਦਾ ਇਲਾਜ ਹੋ ਰਿਹਾ ਸੱਚੇ ਪਾਤਸ਼ਾਹ। ਸਭ ਪਰ ਸੇਵਕ ਸੇਵਾ ਕੇ ਹਿਤ ਕਰੇ ਸੁਪਰਦ ਭਲੇ ਪ੍ਰਤਪਾਰ। ਹਜੂਰ ਮਹਾਰਾਜ ਕਹਿਣ ਲੱਗੇ ਵੀ ਸਾਰਿਆਂ ਦੇ ਉੱਤੇ ਇੱਕ ਇੱਕ ਸੇਵਾਦਾਰ ਲਾ ਦਿਓ। ਹਰ ਜ਼ਖਮੀ ਦੇ ਉੱਤੇ ਇੱਕ ਇੱਕ ਸਿੱਖ ਦੀ ਡਿਊਟੀ ਲਾ ਦਿਓ ਤਾਂ ਕਿ ਉਹਦੀ ਸੇਵਾ ਕਰੇ। ਹਾਂਜੀ। ਜੋਧ ਰਾਏ ਕੋ ਨਿਕਟ ਹਕਾਰਿਓ ਤਨ ਮਹਿ ਸ਼ਦ ਤੇ ਭਇਓ ਸੁਮਾਰ। ਹੁਣ ਰਾਏ ਜੋਧ ਨੂੰ ਵੀ ਬੜੇ ਜ਼ਖਮ ਹੋਏ ਸੀਗੇ। ਰਾਏ ਜੋਧ ਦੇ ਵੀ ਬੜੀਆਂ ਸੱਟਾਂ ਲੱਗੀਆਂ ਸੀ। ਜੰਗ ਕੀਤੀ ਹੈ, ਕੋਈ ਖੇਡ ਥੋੜੀ ਕੀਤੀ ਹੈ ਜੀ। ਮਹਾਰਾਜ ਨੂੰ ਪਤਾ ਲੱਗਾ ਵੀ ਰਾਏ ਜੋਧ ਦੇ ਵੀ ਸੱਟਾਂ ਲੱਗੀਆਂ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰਾਏ ਜੋਧ ਨੂੰ ਆਪਣੇ ਕੋਲ ਸੱਦਿਆ। ਕਿਰਪਾ ਨਿਧਾਨ ਕਿਰਪਾ ਕਰ ਦੇਖਿਓ। ਹਜੂਰ ਮਹਾਰਾਜ ਨੇ ਫਿਰ ਰਾਏ ਜੋਧ ਦੇ ਉੱਤੇ ਮਿਹਰ ਦੀ ਦ੍ਰਿਸ਼ਟੀ ਨਾਲ ਦੇਖਿਆ ਜੀ, ਕਿਰਪਾ ਦੀ ਦ੍ਰਿਸ਼ਟੀ ਨਾਲ ਦੇਖਿਆ। ਹਾਥ ਸਪਰਸ਼ਨ ਕਰਿਓ ਉਦਾਰ। ਤੇ ਆਪਣੇ ਪਵਿੱਤਰ ਹਸਤ ਹਜੂਰ ਮਹਾਰਾਜ ਨੇ ਰਾਏ ਜੋਧ ਦੇ ਸਰੀਰ ਦੇ ਜ਼ਖਮਾਂ ਦੇ ਉੱਤੇ ਲਾਏ। ਜਹ ਜਹ ਘਾਵ ਅਲਪ ਕੈ ਧੀਰਜ। ਜਿੱਥੇ ਜਿੱਥੇ ਰਾਏ ਜੋਧ ਦੇ ਸਰੀਰ ਉੱਤੇ ਜ਼ਖਮ ਸੀ ਪਿਆਰਿਓ, ਕਿਤੇ ਵੱਡਾ ਜ਼ਖਮ ਹੈ, ਕਿਤੇ ਛੋਟਾ ਜ਼ਖਮ ਹੈ। ਸਭ ਕੀ ਪੀਰ ਹਰੀ ਗੁਰ ਪੀਰ। ਤੇ ਪੀਰਾਂ ਦੇ ਪੀਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਿੱਥੇ ਜਿੱਥੇ ਹੱਥ ਲਾਇਆ ਉੱਥੇ ਉੱਥੇ ਜ਼ਖਮਾਂ ਦੀਆਂ ਦਰਦਾਂ ਪੀੜਾਂ ਦੁੱਖ ਤਕਲੀਫਾਂ ਸਭ ਦੂਰ ਕਰ ਦਿੱਤੀਆਂ ਜੀ। ਰਾਏ ਜੋਧ ਦੇ ਉੱਤੇ ਕਿਰਪਾ ਕਰ ਦਿੱਤੀ ਮਹਾਰਾਜ ਨੇ। ਹਾਂਜੀ। ਵਿਧੀ ਚੰਦ ਅਰ ਜਾਤੀ ਮਲਕ ਜੋ ਸਭ ਪਰ ਦ੍ਰਿਸ਼ਟ ਡਰੀ ਸੁਖ ਧੀਰ। ਹੁਣ ਬਹਾਦਰ ਬਾਬਾ ਵਿਧੀ ਚੰਦ ਜੀ ਵੀ ਬ੍ਰਹਮ ਗਿਆਨੀ ਤੇ ਜਾਤੀ ਮਲਕ ਜੀ ਨੂੰ ਵੀ ਬ੍ਰਹਮ ਗਿਆਨ ਦੀ ਦਾਤ ਬਖਸ਼ੀ। ਇਹਨਾਂ ਦੀਆਂ ਵੀ ਸਭ ਦੁੱਖ ਤਕਲੀਫਾਂ ਦਰਦ ਜੋ ਕਿ ਜੰਗ ਦੇ ਮੈਦਾਨ ਵਿੱਚ ਫੱਟ ਲੱਗੇ ਆ, ਜ਼ਖਮ ਲੱਗੇ ਆ, ਉਹ ਮਹਾਰਾਜ ਨੇ ਦੂਰ ਕੀਤੇ ਜੀ। ਨਹੀਂ ਸ਼ਦਨ ਕੋ ਕਸ਼ਟ ਰਹਿਓ ਕਿਸ। ਹੋਰ ਜਿਹੜੇ ਜਿਹੜੇ ਸਿੱਖ ਨੇ ਉਹਨਾਂ ਨੂੰ ਬਾਬਾ ਵਿਧੀ ਚੰਦ ਜੀ ਨੇ ਮਿਹਰ ਦੀ ਦ੍ਰਿਸ਼ਟੀ ਪਾ ਕੇ ਰਾਜੀ ਕੀਤਾ ਜੀ। ਹਾਂਜੀ। ਕਿਤਕ ਦਿਨਨ ਮਹਿ ਸ਼ੁੱਧ ਸਰੀਰ। ਕਹਿਣ ਲੱਗੇ ਵੀ ਕੁਝ ਦਿਨਾਂ ਦੇ ਵਿੱਚ ਹੀ ਗੁਰੂ ਸਾਹਿਬ ਦੀਆਂ ਫੌਜਾਂ ਮੁੜ ਰਾਜੀ ਹੋ ਗਈਆਂ ਸਨ ਜੀ। ਕੁਝ ਦਿਨਾਂ ਵਿੱਚ ਮਹਾਰਾਜ ਦੀਆਂ ਫੌਜਾਂ ਰਾਜੀ ਹੋ ਗਈਆਂ। ਵੇਖੋ ਰਾਏ ਜੋਧ ਨੂੰ ਬਸ ਦ੍ਰਿਸ਼ਟੀ ਪਾਈ, ਹੱਥ ਲਾਇਆ, ਮਹਾਰਾਜ ਨੇ ਰਾਜੀ ਕਰ ਦਿੱਤਾ ਜੀ। ਖਾਨ ਪਾਨ ਕਰ ਸਭ ਬਿਸਰਾਮੇ ਘੋਰਨ ਕੋ ਦੇ ਕਰ ਤ੍ਰਿਣ ਨੀਰ। ਫਿਰ ਸਭ ਨੇ ਉਸ ਰਾਤ ਛਕ ਛਕਾ ਕੇ ਆਰਾਮ ਕੀਤਾ ਜੀ। ਘੋੜੇ ਵੀ ਭੱਜ ਭੱਜ ਕੇ ਜੰਗ ਵਿੱਚ ਹਿੱਸਾ ਲੈ ਲੈ ਕੇ ਥੱਕੇ ਪਏ ਸੀ, ਭੁੱਖੇ ਸੀਗੇ, ਉਹਨਾਂ ਨੂੰ ਵੀ ਘਾਹ ਛਕਾਇਆ ਜੀ। ਹਾਂਜੀ। ਸ਼ਸਤਰ ਡਾਰ ਕਰ ਕਾਇਰ ਆਏ। ਜਿਹੜੀਆਂ ਫੌਜਾਂ ਬਚ ਚੁੱਕੀਆਂ ਸਨ ਨਾ ਲੱਲਾਂ ਬੇਗ ਦੀਆਂ, ਉਹਨਾਂ ਨੇ ਮਹਾਰਾਜ ਦੇ ਅੱਗੇ ਹਥਿਆਰ ਸੁੱਟ ਦਿੱਤੇ ਸੀਗੇ ਜੀ। ਹਾਂਜੀ। ਜਲ ਤਲਾਉ ਤੇ ਭਾਨ ਕਰਨ ਤੇ। ਉਹਨਾਂ ਵੀ ਫਿਰ ਉੱਥੇ ਹੀ ਸਰੋਵਰ ਚੋਂ ਜਲ ਛਕਿਆ ਜੀ। ਉਸੇ ਸਰੋਵਰ ਵਿੱਚੋਂ ਜਲ ਛਕਿਆ। ਹਸਨੇ ਖਾਨ ਦੂਤ ਸੋ ਮਿਲ ਕਰ ਗੁਰਦਲ ਵੇਖੇ ਰਹੇ ਅਚਵੰਤੇ। ਉਹ ਜਿਹੜੀਆਂ ਫੌਜਾਂ ਹਾਰ ਚੁੱਕੀਆਂ ਸਨ ਨਾ, ਬਚ ਚੁੱਕੇ ਸੀ ਥੋੜੇ ਬਹੁਤੇ ਸਿਪਾਹੀ, ਮਹਾਰਾਜ ਨੇ ਡਿਊਟੀ ਲਾਈ ਵੀ ਇਹ ਹਸਨ ਖਾਨ ਦੇ ਲਾਗੇ ਰਹਿਣਗੇ। ਹਸਨ ਖਾਨ ਦੇ ਨਾਲ ਰਹਿ ਕੇ
ਗੁਰੂ ਸਾਹਿਬ ਦੇ ਲੰਗਰਾਂ ਵਿੱਚੋਂ ਪ੍ਰਸ਼ਾਦਾ ਛਕਦੇ ਜੀ, ਉੱਥੋਂ ਹੀ ਭੋਜਨ ਪ੍ਰਾਪਤ ਕਰਦੇ ਆ ਲੱਲਾਂ ਬੇਗ ਦੇ ਬਚੇ ਹੋਏ ਸਿਪਾਹੀ ਜੀ। ਹਾਂਜੀ, ਸ੍ਰੀ ਹਰਿ ਗੋਬਿੰਦ ਨਰਗਨ ਭੇਜੇ, ਜਹ ਜੇਠੇ ਕੀ ਲੋਥ ਦੇਖੰਤ। ਹੁਣ ਅਗਲਾ ਦਿਨ ਹੋਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕੁਝ ਆਪਣੇ ਸਿੱਖਾਂ ਦੀ ਡਿਊਟੀ ਲਾਈ। ਮਹਾਰਾਜ ਨੇ, ਮਹਾਰਾਜ ਕਹਿੰਦੇ ਪਿਆਰਿਓ, ਜਿੱਥੇ ਭਾਈ ਜੇਠਾ ਜੀ ਦਾ ਸਰੀਰ ਦੇਖੋ ਤੁਸੀਂ ਪਿਆ ਹੋਇਆ, ਹਾਂਜੀ, ਜਿਸ ਤੇ ਆਦ ਅਪਰ ਸਿੱਖ ਜੋਧਾ, ਹੋਰ ਵੀ ਬਾਕੀ ਜਿਹੜੇ ਸਿੱਖ ਲਗਭਗ 1200 ਸਿੱਖ ਜਿਹੜਾ ਸ਼ਹੀਦ ਹੋਇਆ ਹੈ, ਮਰੇ ਪਰੇ ਲਰ ਕੈ ਬਲਵੰਤ, ਉਹਨਾਂ ਦੇ ਸਰੀਰ ਅਜੇ ਮੈਦਾਨ 'ਚ ਉਵੇਂ ਹੀ ਪਏ ਹੋਏ ਆ। ਹਾਂਜੀ, ਸਭ ਇਕੱਠੇ ਕਰ ਦਾਹੋ ਦੇਹੋ ਤਿੰਨ। ਹਜੂਰ ਮਹਾਰਾਜ ਕਹਿਣ ਲੱਗੇ ਵੀ ਇੱਕ ਕੰਮ ਕਰੋ, ਜਿਹੜੇ ਤੇ ਸਾਡੇ ਸਿੱਖ ਸ਼ਹੀਦ ਹੋਏ ਆ ਉਹਨਾਂ ਦੇ ਸਰੀਰ ਇਕੱਠਿਆਂ ਕਰੋ ਸਾਰੇ। ਹਾਂਜੀ, ਕਰੋ ਭਸਮ ਗਨ ਕਾਸ਼ਟ ਪਾਏ, ਵੱਡੀ ਚਿਖਾ ਬਣਾਓ ਤੇ ਸ਼ਹੀਦ ਹੋਏ ਸਾਰੇ ਸਿੱਖਾਂ ਦੇ ਸਰੀਰਾਂ ਦਾ ਸੰਸਕਾਰ ਕਰ ਦਿਓ। ਗਰਦ ਖਨਹੋ ਇੱਕ ਧੀਰਗ ਨੀਕੋ, ਜਿਸ ਮੈਂ ਹੈ ਤੁਰਕ ਪਰੈ ਸਮੁਦਾਏ। ਭਾਵੇਂ ਉਹ ਤੁਰਕ ਚੜ ਕੇ ਹੀ ਆਏ ਸੀਗੇ, ਪਰ ਮਹਾਰਾਜ ਕਿਸੇ ਦੀ ਧਾਰਮਿਕ ਮਰਿਆਦਾ ਨੂੰ ਨਹੀਂ ਵਿਗਾੜਦੇ। ਸੰਗਤ ਜੀ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਨੇ ਤਾਂ ਮਰਿਆਦਾ ਦਾ ਉਪਦੇਸ਼ ਦੇਣਾ ਜੀ, ਮਹਾਰਾਜ ਕਿਸੇ ਦੀ ਧਾਰਮਿਕ ਮਰਿਆਦਾ ਨਹੀਂ ਵਿਗਾੜਦੇ। ਗੁਰਸਿੱਖਾਂ ਦਾ ਸੰਸਕਾਰ ਕਰ ਦਿਓ ਤੇ ਜਿਹੜੇ ਮੁਸਲਮਾਨ ਤੁਰਕ ਮਹਾਰਾਜ ਕਹਿੰਦੇ ਜੰਗ ਵਿੱਚ ਮਰ ਚੁੱਕੇ ਆ, ਉਹਨਾਂ ਨੂੰ ਇੱਕ ਟੋਏ ਦੇ ਵਿੱਚ ਨੱਪ ਦਿਓ। ਕਹਿੰਦੇ ਇਕੱਠਿਆਂ ਨੂੰ ਹੀ ਇੱਕ ਟੋਏ 'ਚ ਨੱਪ ਦਿਓ। ਤੇ ਹੁਣ 34 ਜਾਂ ਲਗਭਗ 35,000 ਹੀ ਕਹਿ ਲਈਏ, ਇੰਨੇ ਸਰੀਰਾਂ ਵਾਸਤੇ ਟੋਇਆ ਵੀ ਤੇ ਕਿੰਨਾ ਵੱਡਾ ਕਰਨਾ ਪੈਣਾ ਨਾ ਜੀ, ਛੋਟੇ ਨਾਲ ਤੇ ਗੁਜ਼ਾਰਾ ਹੀ ਨਹੀਂ ਹੋਣਾ ਜੀ। ਹਾਂਜੀ, ਸਭਨ ਉਠਾਏ ਸੰਪੂਰਨ ਕਰੀਐ ਹੈ, ਸ਼ਸਤਰ ਬਸਤਰ ਕੇ ਸਹਿਤ ਸੋ ਲਿਆਏ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਵੀ ਸਾਰੇ ਤੁਰਕਾਂ ਦੇ ਸਰੀਰ ਵੱਖ ਕਰ ਦਿਓ, ਜਿਹੜੇ ਉਹਨਾਂ ਦੇ ਸਰੀਰਾਂ ਦੇ ਉੱਤੇ ਸ਼ਸਤਰ ਲੱਗੇ ਹੋਏ ਆ, ਉਹਨਾਂ ਦੀਆਂ ਤਲਵਾਰਾਂ, ਨੇਜੇ, ਬੰਦੂਕਾਂ ਕਿਸੇ ਨੇ ਨਹੀਂ ਰੱਖਣੀਆਂ, ਉਹ ਵੀ ਨਾਲ ਹੀ ਦਬਾ ਦਿਓ। ਵੀਰ ਪੰਚ ਉਮਰਾਵ ਸੰਘਾਰੇ, ਤਿਨ ਕੋ ਉਪਰ ਧਰੋ ਬਨਾਏ। ਬਾਕੀ ਕਾਬਲ ਬੇਗ ਉਹਨਾਂ ਸਾਰਿਆਂ ਵਿੱਚੋਂ ਯੋਧਾ ਸੀਗਾ। ਕੰਬਰ ਬੇਗ, ਸ਼ਮਸ ਬੇਗ, ਕਾਸਮ ਬੇਗ ਤੇ ਲੱਲਾਂ ਬੇਗ। ਮਹਾਰਾਜ ਕਹਿਣ ਲੱਗੇ ਇਹਨਾਂ ਦੇ ਸਰੀਰ ਸਭ ਤੋਂ ਉੱਤੇ ਰੱਖ ਦਿਓ। ਕਹਿਣ ਲੱਗੇ ਉਹ ਜਿਹੜੀ ਢੇਰ ਲੱਗਣਾ ਜੀ, ਟੋਇਆ ਬੜਾ ਵੱਡਾ ਕਰਨਾ ਜੀ। ਹਾਂਜੀ, ਤਿਸ ਪਰ ਅਧਿਕ ਮ੍ਰਿਤਕਾ ਡਾਰੋ, ਕਰੋ ਸੰਥੰਡਲ ਕਿਤਕ ਉਤੰਗ। ਮਹਾਰਾਜ ਕਹਿਣ ਲੱਗੇ ਬਹੁਤ ਵੱਡਾ ਟੋਆ ਪੁੱਟੋ ਤੇ ਛੇਤੀ ਪੁੱਟੋ। ਕਹਿੰਦੇ ਵੱਡਾ ਟੋਆ ਪੁੱਟੋ, ਛੇਤੀ ਪੁੱਟੋ। ਤੇ ਮਹਾਰਾਜ ਨਾਲ ਹੀ ਕਹਿਣ ਲੱਗੇ ਉਹਦੇ ਵਿੱਚ ਫਿਰ ਇਹਨਾਂ ਸਾਰਿਆਂ ਦੇ ਸਰੀਰ ਪਾ ਦੇਣੇ ਤੇ ਖੂਬ ਮਿੱਟੀ ਪਾਉਣੀ ਉੱਤੇ। ਮਹਾਰਾਜ ਕਹਿੰਦੇ ਹਾਂਜੀ, ਇੱਕ ਸਮ ਬੈਠਨ ਹੇਤ ਬਨਾਵੋ, ਤੇ ਫਿਰ ਉਹ ਥੜਾ ਉਹਦੇ ਉੱਤੇ ਬਣਾਉਣਾ। ਮਹਾਰਾਜ ਕਹਿੰਦੇ ਹਾਂਜੀ, ਬਿਲਮ ਨਾ ਕਰੋ ਸ਼ੀਘਰਤਾ ਸੰਗ। ਐ ਬਰਾਬਰ ਥੜਾ ਬਣਾ ਦਿਓ ਜਿਹਦੇ ਉੱਤੇ ਆਪਾਂ ਬੈਠਣਾ ਹੈ। ਰਾਏ ਜੋਧ ਨੂੰ ਮਹਾਰਾਜ ਨੇ ਕਿਹਾ ਸੀ ਨਾ, ਆਉਣ ਦਿਓ ਚੜ ਕੇ, ਜਿੰਨਿਆਂ ਨੇ ਆਉਣਾ ਇੱਥੇ ਹੀ ਨੱਪਾਂਗੇ। ਮਹਾਰਾਜ ਕਹਿੰਦੇ ਉੱਤੇ ਥੜਾ ਬਣਾ ਕੇ ਬੈਠਾਂਗੇ ਤੇ ਤੇਰੇ ਨਾਲ ਗੱਲਾਂ ਕਰਾਂਗੇ। ਮਹਾਰਾਜ ਕਹਿਣ ਲੱਗੇ ਉਹ ਬਚਨ ਮਹਾਰਾਜ ਨੇ ਕੀਤਾ। ਮਹਾਰਾਜ ਕਹਿਣ ਲੱਗੇ ਪੁੱਟ ਕੇ ਟੋਇਆ ਸੁੱਟ ਦਿਓ, ਸਾਰਿਆਂ ਨੂੰ ਮਿੱਟੀ ਪਾ ਕੇ ਥੜਾ ਬਣਾ ਦਿਓ ਤੇ ਛੇਤੀ ਕਰੋ ਭਾਈ। ਸੁਨ ਕਰ ਨਰਗਨ ਗੁਰੂ ਹੁਕਮ ਕੋ, ਸਤਿਗੁਰੂ ਗਰੀਬ ਨਵਾਜ ਮਾਲਕ ਸਤਿਗੁਰੂ ਜੀ ਦਾ ਹੁਕਮ ਸੁਣ ਕੇ ਜਾਏ ਚਿਨਾਰ ਕੀਨ ਭੱਟ ਅੰਗ। ਤੇ ਮਹਾਰਾਜ ਜੀ ਦੇ ਜਿਹੜੇ ਫੂਰਮੇ ਫੌਜਾਂ ਬਚੀਆਂ ਨੇ, ਹੋਰ ਵੀ ਸਿੱਖ ਨਾਲ ਲੱਗੇ, ਬਹੁਤਾ ਹੀ ਵੱਡਾ ਟੋਆ ਫਿਰ ਕੱਢਣ ਦਾ ਉਪਾਅ ਕੀਤਾ ਜੀ। ਇੰਨੀ ਲੋਥ ਪਾਉਣੀ ਹੈ ਵਿੱਚ, ਤੇ ਟੋਇਆ ਤੇ ਵੱਡਾ ਚਾਹੀਦਾ ਨਾ ਜੀ। ਹਾਂਜੀ, ਜੇਠੇ ਆਦਿਕ ਲੈ ਸਭ ਦਾਹੇ, ਪਰ ਸਭ ਤੋਂ ਪਹਿਲਾਂ ਧੰਨ ਧੰਨ ਭਾਈ ਜੇਠਾ ਜੀ। ਸੰਗਤ ਜੀ, ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕੀਤੇ, ਜਦੋਂ ਮਹਾਰਾਜ ਸ਼ਹੀਦ ਹੋਣਾ ਉਦੋਂ ਭਾਈ ਜੇਠਾ ਜੀ ਨੂੰ ਨਾਲ ਲੈ ਕੇ ਗਏ। ਉਹ ਭਾਈ ਜੇਠਾ ਜੀ ਤੇ ਹੋਰ ਗੁਰੂ ਜੀ ਦੇ ਸਿੱਖਾਂ ਦਾ
ਇੱਕ ਵੱਡੀ ਚਿਖਾ ਚਿਣ ਕੇ ਸੰਸਕਾਰ ਕੀਤਾ ਗਿਆ। ਜੋ ਰਣ ਖੇਤ ਗਿਰੇ ਤਨ ਭੰਗ। ਕੁਝਨਾਂ ਦੇ ਸਰੀਰ ਜਿਹੜੇ ਸਨ ਭੰਗ ਵੀ ਹੋ ਚੁੱਕੇ ਸਨ, ਹੱਥ ਪੈਰ ਵੱਖੋ ਵੱਖਰੇ ਸਨ। ਸਾਰਿਆਂ ਦੇ ਸਰੀਰਾਂ ਦਾ ਬਾਣੀ ਪੜ੍ਹ ਕੇ ਮਰਿਆਦਾ ਦੇ ਨਾਲ ਸੰਸਕਾਰ ਕੀਤਾ ਗਿਆ ਜੀ। ਹਾਂਜੀ। ਨਰਗਨ ਲੱਗੇ ਗਰਤ ਕੋ ਖੋਦਨ। ਤੇ ਫਿਰ ਬਹੁਤ ਮਨੁੱਖ ਲੱਗੇ ਗਰਤ, ਗਰਤ ਕਹਿੰਦੇ ਟੋਏ ਨੂੰ, ਬਹੁਤ ਵੱਡਾ ਟੋਇਆ ਪੁੱਟਣਾ ਜੀ, ਵੱਡਾ ਟੋਇਆ ਪੁੱਟਣ ਲੱਗੇ ਜੀ। ਜੇਤਿਕ ਤੁਰਕ ਬਚੇ ਸਮੁਦਾਏ। ਤੇ ਜਿੰਨੇ ਕੁ ਤੁਰਕ ਜਿਉਂਦੇ ਬਚੇ ਸੀ ਨਾ ਫੌਜਾਂ ਵਾਲੇ, ਹਾਂਜੀ, ਤਿੰਨ ਸਭ ਹਿਨ ਕੋ ਕਹਿਓ ਮ੍ਰਿਤਕ ਜੇ। ਉਹ ਵੀ ਨਾਲ ਹੀ ਲੱਗੇ ਜੀ, ਉਹ ਵੀ ਨਾਲ ਲੱਗੇ ਤੇ ਟੋਇਆ ਪੁੱਟਣ ਵਾਲਿਆਂ ਨੂੰ ਸ਼ਸਤਰ ਬਸਤਰ ਕੇ ਸਹਿਤ ਸੋ ਲਿਆਏ। ਮਹਾਰਾਜ ਨੇ ਕਿਹਾ ਸੀ ਵੀ ਜਿੰਨੇ ਸੂਰਮੇ ਮੁਸਲਮਾਨਾਂ ਦੇ ਵੀ ਮਰੇ ਆ, ਸਾਰਿਆਂ ਦੇ ਸ਼ਸਤਰ, ਉਹਨਾਂ ਦੇ ਬਸਤਰ, ਉਹਨਾਂ ਦੇ ਸਰੀਰ ਸਾਰੇ ਵਿੱਚ ਟੋਏ ਦੇ ਪਾਉਣੇ ਆ। ਹਾਂਜੀ। ਅੰਗੀਕਾਰ ਨਾ ਕਰੋ ਵਸਤ ਕੁਛ। ਕੋਈ ਚੀਜ਼ ਵਿੱਚੋਂ ਨਹੀਂ ਲੈਣੀ। ਸਾਧ ਸੰਗਤ ਲੋਕੀ ਬੜਾ ਦਾ ਲਾਉਂਦੇ ਆ। ਮੈਨੂੰ ਦੱਸਿਆ 84 ਦੇ ਵਿੱਚ ਜਦੋਂ ਹਰਿਮੰਦਰ ਸਾਹਿਬ ਆਈਆਂ ਹੋਈਆਂ ਸੰਗਤਾਂ ਦੇ ਉੱਤੇ ਤਸ਼ੱਦਦ ਕੀਤਾ, ਸਾਰਿਆਂ ਨੂੰ ਬਿਨਾਂ ਕਿਸੇ ਕਾਰਨ ਮਾਰ ਦਿੱਤਾ ਨਾ ਜੀ। ਸੰਗਤਾਂ ਤੇ ਦਰਸ਼ਨ ਕਰਨ ਆਈਆਂ ਸਨ, ਨਿਹੱਥੀਆਂ ਸਨ, ਤੇ ਉਹਨਾਂ ਸੰਗਤਾਂ ਦੇ ਸਰੀਰਾਂ ਦੇ ਉੱਤੇ, ਚਲੋ ਕਈ ਲੋਕਾਂ ਸੋਨਾ ਵੀ ਪਾਇਆ ਹੁੰਦਾ, ਗਹਿਣੇ ਵੀ ਪਾਏ ਹੁੰਦੇ ਆ। ਇੱਥੇ ਡੈੱਡ ਹਾਊਸ ਲੈ ਕੇ ਜਦੋਂ ਆਏ ਨਾ ਜੀ, ਤੇ ਵਿੱਚੋਂ ਫਿਰ ਲੋਭੀਆਂ ਨੇ, ਲਾਲਚੀਆਂ ਨੇ ਸੰਗਤਾਂ ਦੇ ਸਰੀਰਾਂ ਦੇ ਉੱਤੋਂ, ਲਾਸ਼ਾਂ ਦੇ ਉੱਤੋਂ ਉਹ ਸਾਰੇ ਸਮਾਨ ਲਾ ਕੇ ਆਪਣੇ ਘਰ ਭਰ ਲਏ ਜੀ। ਬੜਾ ਪਾਪ ਕੀਤਾ ਜੀ ਉਹਨਾਂ ਨੇ। ਗੁਰੂ ਰਾਮਦਾਸ ਜੀ ਦੀਆਂ ਸੰਗਤਾਂ ਨਾਲ ਇੰਝ ਕੀਤਾ ਜੀ। ਮਹਾਰਾਜ ਕਹਿਣ ਲੱਗੇ ਲੋਭ ਨਹੀਂ ਕਰਨਾ, ਉਹਨਾਂ ਦੇ ਹਥਿਆਰ ਵੀ ਨਹੀਂ ਰੱਖਣੇ, ਵਿੱਚ ਹੀ ਪਾ ਦੇਣੇ ਹਨ। ਮਹਾਰਾਜ ਤਾਂ ਦੁਸ਼ਮਣਾਂ ਦੀਆਂ ਚੀਜ਼ਾਂ ਨਹੀਂ ਰੱਖਦੇ। ਹਾਂਜੀ। ਸਭ ਹੀ ਪਾਏ ਦੇਹੋ ਇਸ ਥਾਏ। ਸੁਨ ਕਰ ਲੱਗੇ ਕਰਨ ਭਿਦ ਤੈਸੀ। ਸੋ ਇਸੇ ਤਰ੍ਹਾਂ ਗੁਰੂ ਕੇ ਸਿੱਖ ਕਰਨ ਲੱਗੇ ਜੀ ਸਾਰੇ। ਜਾਏ ਖੇਤ ਤੇ ਲਿਆਏ ਉਚਾਏ। ਤੇ ਸਾਧ ਸੰਗਤ ਜੀ ਰਣ ਖੇਤਰ ਵਿੱਚ ਗਏ ਤੇ ਫਿਰ ਉਹਨਾਂ ਦੇ ਸਰੀਰ ਚੁੱਕ ਚੁੱਕ ਕੇ ਲਿਆ ਕੇ ਆ ਰਹੇ ਜੀ। ਮਰੇ ਤੁਰਕ ਜੇ ਪਰੇ ਲਰੇ ਰਣ। ਸਭ ਹਿਨ ਸਭਨ ਉਠਾਏ ਗਰਤ ਦੇ ਪਾਏ। ਜਿੰਨੇ ਵੀ ਤੁਰਕ ਜੰਗ ਦੇ ਮੈਦਾਨ ਵਿੱਚ ਮਰੇ ਪਏ ਸੀ ਨਾ ਜੀ, ਸਾਰਿਆਂ ਦੇ ਸਰੀਰ ਚੁੱਕ ਚੁੱਕ ਕੇ ਟੋਏ ਦੇ ਵਿੱਚ ਪਾ ਦਿੱਤੇ ਜੀ। ਟੋਏ ਦੇ ਵਿੱਚ ਪਾ ਦਿੱਤੇ ਜੀ। ਟੋਇਆ ਕਿੰਨਾ ਵੱਡਾ ਹੋਏਗਾ ਜੀ, ਤੁਸੀਂ ਆਪ ਅੰਦਾਜ਼ਾ ਲਾਓ ਜੀ। ਘਨੇ ਸਿੱਖ ਅਰ ਰਾਹਕ ਲਾਗੇ। ਬੜੇ ਸਿੱਖ ਵੀ ਨਾਲ ਲੱਗੇ ਜੀ। ਹਾਂਜੀ। ਤੇ ਗੁਰੂਸਰ ਮਹਾਰਾਜ ਇਲਾਕੇ ਦੇ ਜਿਹੜੇ ਕਿਸਾਨ ਸਨ ਨਾ, ਉਹ ਵੀ ਆ ਗਏ। ਅਪਰ ਤਮਾਸ਼ਬੀਨ ਜੋ ਆਏ। ਤੇ ਕਈ ਫਿਰ ਤਮਾਸ਼ਬੀਨ ਵੀ ਆਏ ਜੀ, ਤਮਾਸ਼ਾ ਵੇਖਣ ਵਾਲੇ ਵੀ ਵੇਖੀਏ ਕੀ ਬਣਿਆ। ਤਮਾਸ਼ਬੀਨ ਵੀ ਵਿੱਚ ਹੁੰਦੇ ਹੀ ਹੈ। ਹਾਂਜੀ। ਗੁਰੂ ਹੁਕਮ ਕੋ ਮਾਨ ਕਰ। ਮਹਾਰਾਜ ਜੀ ਦੇ ਹੁਕਮ ਦਾ ਮਾਣ ਰੱਖਿਆ, ਮਹਾਰਾਜ ਦੇ ਹੁਕਮ ਨੂੰ ਮੰਨ ਕੇ ਲੋਥ ਉਠਾਏ ਕਸੀਟਤ ਲਿਆਏ। ਕਈ ਤੇ ਫਿਰ ਮੁਸਲਮਾਨਾਂ ਉਹਨਾਂ ਦੇ, ਤੁਰਕਾਂ ਦੇ ਜਾਂ ਉਹਨਾਂ ਦੀਆਂ ਫੌਜਾਂ ਦੇ ਸਰੀਰਾਂ ਨੂੰ ਚੁੱਕ ਕੇ ਲੈ ਕੇ ਆ ਰਹੇ ਹੈ, ਪਰ ਫੌਜ ਜ਼ਿਆਦਾ ਸੀਗੀ ਤੇ ਜਿਹੜੇ ਚੁੱਕ ਨਹੀਂ ਸਕਦੇ ਉਹ ਘਸੀਟੀ ਲੈ ਕੇ ਆ ਰਹੇ, ਘਸੀਟ ਕੇ ਸਰੀਰ ਲਿਆ ਕੇ ਟੋਏ 'ਚ ਸੁੱਟ ਦਿੰਦੇ ਸੀਗੇ ਜੀ। ਸ਼ਸਤਰ ਬਸਤਰ ਕੇ ਸਹਿਤ ਸੋਗੇ। ਉਹਨਾਂ ਦੇ ਸ਼ਸਤਰ ਬਸਤਰ ਜਿਹੜੇ ਉਹਨਾਂ ਪਾਏ ਸੀ ਸਮੇਤ ਸੁੱਟਦੇ ਸਨ। ਪੂਰਨ ਕਰਿਓ ਤੁਰਤ ਸਮੁਦਾਏ। ਮਹਾਰਾਜ ਨੇ ਹੁਕਮ ਕੀਤਾ ਸੀ ਵੀ ਛੇਤੀ ਇਹ ਕੰਮ ਕਰਨਾ, ਸੋ ਇਹ ਕੰਮ ਛੇਤੀ ਕੀਤਾ ਗਿਆ। ਕੋ ਲਿਆਵਤ ਕੋ ਧਾਵਤ ਜਾਵਤ। ਕੋਈ ਲੈ ਕੇ ਆ ਗਿਆ ਸੀ, ਕੋਈ ਲੈਣ ਜਾ ਰਿਹਾ ਸੀ ਸਰੀਰਾਂ ਨੂੰ। ਭਏ ਆਨੰਦਤ ਜੈ ਗੁਰ ਜਾਨ। ਪਰ ਸਾਰੇ ਆਨੰਦ ਨਾਲ ਭਰੇ ਹੋਏ ਤੇ ਮਹਾਰਾਜ ਜੀ ਦੀ ਜੈ ਜੈਕਾਰ ਕਰਦੇ ਸਨ। ਧੰਨ ਨੇ ਮਹਾਰਾਜ। ਹਾਂਜੀ। ਗਨ ਤੁਰਕਾਨ ਹਾਨ ਕਰ ਪ੍ਰਾਨਨ। ਜਿਹੜੇ ਇੰਨੇ ਵੱਡੇ ਤੁਰਕਾਂ ਦਾ ਨਾਸ ਮਹਾਰਾਜ ਨੇ ਕਰ ਦਿੱਤਾ। ਅਚਰਜ ਸਭ ਕੇ ਭਇਓ ਮਹਾਨ। ਸਾਰੇ ਬੜੇ ਹੈਰਾਨ ਸਨ। ਸਤਿਗੁਰੂ ਜੀ ਦੀ ਫੌਜ ਥੋੜੀ ਜੀ ਤੇ ਤੁਰਕਾਂ ਦੀ ਇੰਨੀ ਜ਼ਿਆਦੀ ਫੌਜ ਮਹਾਰਾਜ ਨੇ ਕਿਵੇਂ ਸਮਾਪਤ ਕੀਤੀ।
ਜਹ ਜਹ ਸੁਨਤ ਪਿਖਨ ਹਿਤ ਧਾਏ। ਜਿੱਥੇ ਜਿੱਥੇ ਕੋਈ ਸੁਣਦਾ ਸੀ ਨਾ ਵੀ ਟੋਆ ਪਟਾਇਆ, ਉਹਦੇ ਵਿੱਚ ਮਹਾਰਾਜ ਨੇ ਸਰੀਰ ਸਟਾ ਰਹੇ ਹੈ, ਲੋਕ ਵੇਖਣ ਵਾਸਤੇ ਆ ਰਹੇ ਸਨ। ਭਇਓ ਸਮੂਹ ਨਰਨ ਕੋ ਆਨ। ਉਥੇ ਤੇ ਬੜਿਆਂ ਦਾ ਟੋਲਾ ਲੱਗ ਗਿਆ ਜੀ, ਵੇਖਣ ਵਾਲੇ ਹੀ ਬੜੇ ਹੋ ਗਏ ਜੀ ਆ ਕੇ। ਗਰਦ ਪੂਰ ਕਰ ਉਪਰ ਧਰ ਕਰ, ਪੁਨ ਉਮਰਾਵ ਲਿਆਏ ਇਸ ਸੋ ਥਾਨ। ਟੋਆ ਉਹਨਾਂ ਲਾਸ਼ਾਂ ਦੇ ਨਾਲ ਪੂਰ ਦਿੱਤਾ ਜੀ, ਤੇ ਨਾਲ ਹੀ ਸਭ ਤੋਂ ਉੱਤੇ ਉਹਨਾਂ ਪੰਜਾਂ ਦੇ ਸਰੀਰ ਰੱਖੇ ਜੀ। ਹਾਂਜੀ, ਇੱਕ ਮਹਾਰਾਜ ਕੋ ਸਿੱਖ ਹੋ ਤੋ ਵਿੱਚ। ਹੁਣ ਮਹਾਰਾਜ ਦੇ ਇਲਾਕੇ ਦਾ ਇੱਕ ਸਿੱਖ ਸੀਗਾ ਜੀ। ਹਾਂਜੀ, ਕੰਬਰ ਬੇਗ ਲੋਥ ਕੋ ਦੇਖ। ਉਹ ਜਦੋਂ ਕੰਬਰ ਬੇਗ, ਆਖੋ ਵਾਹਿਗੁਰੂ ਵਾਹਿਗੁਰੂ, ਕਾਸਮ ਬੇਗ ਤੇ ਸ਼ਮਸ ਬੇਗ, ਕੰਬਰ ਬੇਗ, ਕਾਬਲੀ ਬੇਗ, ਲੱਲਾ ਬੇਗ, ਜਦੋਂ ਉਹਨੇ ਕੰਬਰ ਬੇਗ ਦੀ ਲੋਥ ਵੇਖੀ ਨਾ ਜੀ, ਲਾਸ਼ ਵੇਖੀ, ਮੁਸ਼ਟ ਗਹੀ ਤਰਵਾਰ ਨਗਨ ਕੀ। ਤੇ ਸਾਧ ਸੰਗਤ ਜੀ ਉਹਦੇ ਮਰੇ ਹੋਏ ਦੇ ਹੱਥ ਵਿੱਚ ਇੱਕ ਤਲਵਾਰ ਫੜੀ ਸੀ, ਜਿਹਦਾ ਹੱਥੀ ਜਿਹੜੀ ਸੀ ਉਹ ਸੋਨੇ ਦੀ ਸੀ। ਜਿਸ ਕੀ ਕੀਮਤ ਹੁਤੀ ਵਿਸ਼ੇਖ। ਉਹਦੇ ਵਿੱਚ ਨਗਨ ਵੀ ਬੜੇ ਪਏ, ਵਾਹਿਗੁਰੂ ਉਹਦੇ ਨਗ ਬੜੇ ਲੱਗੇ ਹੋਏ ਸੀਗੇ ਜੀ। ਬੜਾ ਸੋਹਣਾ ਮੁੱਠਾ ਸੀਗਾ, ਤਲਵਾਰ ਵੀ ਬੜੀ ਵਧੀਆ ਸੀਗੀ, ਤੇ ਕੀਮਤੀ ਬੜੀ ਸੀ, ਬੜੀ ਮਹਿੰਗੀ ਤਲਵਾਰ ਸੀ ਉਹਦੇ ਕੋਲ। ਹਾਂਜੀ, ਖਰ ਫੌਲਾਦ ਕੀ ਘੜੀ ਵਲਾਇਤ। ਐ ਫੌਲਾਦ ਦੀ ਬਣੀ ਹੋਈ ਸੀਗੀ ਉਹ ਤਲਵਾਰ, ਸਾਧ ਸੰਗਤ ਜੀ। ਬਹੁ ਸੁੰਦਰ ਕੋ ਤਿਸਨੇ ਪੇਖ। ਉਹਨੇ ਜਦੋਂ ਕੰਬਰ ਬੇਗ ਦਾ ਸਰੀਰ ਚੁੱਕਣ ਲੱਗਾ ਤੇ ਉਹਨੇ ਉਹ ਕੰਬਰ ਬੇਗ ਦੇ ਹੱਥ ਵਿੱਚ ਤਲਵਾਰ ਵੇਖੀ ਜੀ। ਹਾਂਜੀ, ਸੋ ਲੈ ਕਰ ਕਿਸ ਥਾਨ ਦੋਰਾਈ। ਉਹਨੂੰ ਮਹਾਰਾਜ ਦਾ ਬਚਨ ਪਤਾ ਸੀ, ਪਰ ਉਹਦੇ ਮਨ 'ਚ ਲਾਲਚ ਆ ਗਿਆ। ਕਹਿੰਦਾ ਵੀ ਇੰਨੀ ਮਹਿੰਗੀ ਤਲਵਾਰ ਹੈ, ਟੋਏ 'ਚ ਹੀ ਜਾਣੀ ਹੈ, ਤੇ ਮੈਂ ਕਿਉਂ ਨਹੀਂ ਲੈ ਲੈਂਦਾ। ਸਾਧ ਸੰਗਤ ਜੀ, ਉਹਨੇ ਉਹ ਤਲਵਾਰ ਸੋ ਲੈ ਕਰ ਕਿਸ ਥਾਨ ਦੁਰਾਈ, ਉਹਨੇ ਇੱਕ ਥਾਂ ਤੇ ਲੁਕਾ ਲਈ ਜੀ ਉਹ ਤਲਵਾਰ। ਜਿਸ ਥਲ ਕੋਏ ਨਾ ਸਕੈ ਪਰੇਖ। ਜਿੱਥੇ ਕਿਸੇ ਬੰਦੇ ਦੀ ਪਹੁੰਚ ਨਹੀਂ ਸੀ ਨਾ ਹੈਗੀ, ਉਹਨੇ ਉੱਥੇ ਤਲਵਾਰ ਲੁਕਾਈ ਜੀ ਕੰਬਰ ਬੇਗ ਦੀ। ਹਾਂਜੀ, ਗੁਰ ਭੈ ਧਾਰ ਛਪਾਵਨ ਕੀਨਸ। ਗੁਰੂ ਸਾਹਿਬ ਦਾ ਡਰ ਵੀ ਸੀਗਾ ਉਹਨੂੰ, ਇਸ ਕਰਕੇ ਉਹਨੇ ਛੇਤੀ ਦੇ ਨਾਲ ਕੰਬਰ ਬੇਗ ਦੀ ਤਲਵਾਰ ਲੁਕਾ ਲਈ। ਮਹਾ ਲੋਭ ਔਰ ਪਿਖਤਰ ਵਾਰ। ਕਿਉਂ? ਲੋਭ ਵਿਕਾਰ ਜਿਨ੍ਹਾਂ ਮਨ ਲਾਗਾ, ਹਰ ਵਿਸਰਿਆ ਪੁਰਖ ਚੰਗੇਰਾ। ਚੰਗੇਰਾ। ਉਹਨੂੰ ਮਹਾਰਾਜ ਦਾ ਬਚਨ ਭੁੱਲ ਗਿਆ, ਲੋਭ ਵਿੱਚ ਆਇਆ ਸੀਗਾ, ਲਾਲਚ ਵਿੱਚ ਆ ਗਿਆ ਸੀਗਾ। ਅਪਰ ਨਾ ਕਿਨਹੂ ਤਹ ਕੁਛ ਲੀਨਸ। ਹੋਰ ਕਿਸੇ ਨੇ ਵੀ ਉਥੋਂ ਕਿਸੇ ਵੀ ਤੁਰਕ ਦੀ ਚੀਜ਼ ਨਹੀਂ ਲਈ ਦੀ। ਪਾਏ ਗਰਤ ਮਹਿ ਕਈ ਹਜ਼ਾਰ। ਕਈ ਹਜ਼ਾਰ ਲਾਸ਼ਾਂ ਟੋਏ ਵਿੱਚ ਪੈ ਗਈਆਂ ਜੀ, ਤਲਵਾਰਾਂ, ਨੇਜੇ, ਢਾਲਾਂ, ਬੰਦੂਕਾਂ ਸਭ ਟੋਏ 'ਚ ਸੁੱਟ ਦਿੱਤੀਆਂ ਜੀ। ਮਿਰਤਕਾ ਪਾਏ ਮਿਰਤਗਨ ਉਪਰ। ਤੇ ਫਿਰ ਉਹਨਾਂ ਮਿਰਤਕ ਹੋਇਆਂ ਬੰਦਿਆਂ ਦੇ ਉੱਤੇ ਮਿਰਤਕਾ ਭਾਵ ਮਿੱਟੀ ਪਾ ਦਿੱਤੀ ਗਈ। ਕਰਿਓ ਸਥੰਡਲ ਤੁੰਗ ਸੁਧਾਰ। ਤੇ ਫਿਰ ਨਾ ਉਹਦੇ ਉੱਤੇ ਸਵਾਰ ਕੇ ਬਣਾ ਕੇ ਇੱਕ ਥੜਾ ਬਣਾ ਦਿੱਤਾ ਜੀ, ਇੱਕ ਬਰਾਬਰ ਥੜਾ ਬਣਾ ਦਿੱਤਾ, ਇੱਕ ਬਰਾਬਰ ਐਨ ਵਧੀਆ ਬੈਠਣ ਲਈ ਥੜਾ ਬਣਾ ਦਿੱਤਾ। ਸਭ ਬਣਾਏ ਕਰ ਸਤਗੁਰ ਕੇ ਢਿੱਗ। ਤੇ ਸਾਰਾ ਥੜਾ ਬਣਾ ਕੇ ਗੁਰੂ ਦੇ ਸਿੱਖ ਮਹਾਰਾਜ ਜੀ ਦੇ ਕੋਲ ਆਏ। ਕਹਿਓ ਜਾਏ ਕਰ ਬਨਿਓ ਸੋ ਤਿਆਰ। ਜਾ ਕੇ ਬੇਨਤੀ ਕੀਤੀ, ਮਹਾਰਾਜ ਜਿਵੇਂ ਆਪ ਜੀ ਨੇ ਹੁਕਮ ਕੀਤਾ ਸੀ ਉਹ ਥੜਾ ਤਿਆਰ ਹੈ। ਸਵੇਰੇ ਸਾਧ ਸੰਗਤ ਜੀ ਪਹਿਲਾਂ ਗੁਰਸਿੱਖਾਂ ਦਾ ਸੰਸਕਾਰ ਕੀਤਾ, ਬੜੀ ਸੰਗਤ, ਬੜੇ ਸਿਪਾਹੀ, ਬੜੇ ਯੋਧੇ ਸਮੇਤ ਉਹਨਾਂ ਤੁਰਕਾਂ ਦੇ ਲੱਗੇ। ਸ਼ਾਮ ਤੱਕ ਇਹ ਕੰਮ ਕਰ ਦਿੱਤਾ ਜੀ ਉਹਨਾਂ ਨੇ ਜੀ। ਹਾਂਜੀ, ਸ੍ਰੀ ਹਰਿ ਗੋਬਿੰਦ ਸੌਚ ਕਰੀ ਸਭ। ਮਹਾਰਾਜ ਗਰੀਬ ਨਵਾਜ ਜੀ ਨੇ ਫਿਰ ਇਸ਼ਨਾਨ ਪਾਨ ਕੀਤਾ, ਪੁਨ ਇਸ਼ਨਾਨ ਕਰ ਬਸਤਰ ਸਜਾਏ। ਤੇ ਗਰੀਬ ਨਵਾਜ ਮਹਾਰਾਜ ਨੇ ਸ਼ਸਤਰ ਸਜਾਏ। ਦ્વੈਕਟ ਕਾ ਦਿਨ ਰਹਿਓ ਤਬੈ। ਉਸ ਸਮੇਂ 2 ਘੜੀਆਂ ਹੀ ਦਿਨ ਰਹਿ ਗਿਆ ਸੀਗਾ ਜੀ। ਹਾਂਜੀ, ਲਗ ਗਮਨੇ ਸੰਗ ਜੋਧ ਬੁਲਾਏ। ਰਾਏ ਜੋਧ ਨੂੰ ਵੀ ਸੱਦਿਆ ਸੀ ਮਹਾਰਾਜ ਨੇ। ਸੋ ਰਾਏ ਜੋਧ ਨੂੰ ਨਾਲ ਲੈ ਕੇ ਮਹਾਰਾਜ ਬਜੀ ਜੀਤ ਕੀ ਬੰਬ ਬਿਸਾਲੀ। ਉਸ ਪਾਸੇ ਨੂੰ ਤੁਰ ਪਏ ਜੀ। ਜਦੋਂ ਮਹਾਰਾਜ ਤੁਰੇ ਆ ਤੇ
ਜਿੱਤ ਦਾ ਨਗਾਰਾ ਜਿਹੜਾ ਹੈ ਉਹ ਉੱਚੀ ਵੱਜਿਆ। ਭਏ ਸਾਥ ਸਿੱਖ ਭੱਟ ਸਮੁਦਾਇ। ਨਾਲ ਮਹਾਰਾਜ ਜੀ ਦੀਆਂ ਫੌਜਾਂ, ਮਹਾਰਾਜ ਦੇ ਸਿੱਖ ਨਾਲ ਜਾ ਰਹੇ ਹਨ। ਚੜੇ ਸਥੰਡਲ ਪਰ ਕੁਰ ਤੇ ਪੂਰਨ। ਬਚਨ ਮਹਾਰਾਜ ਨੇ ਪੂਰਾ ਕੀਤਾ। ਜਿਹੜਾ ਉਹ ਥੜਾ ਸੀ ਨਾ, ਪੂਰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਉਹਦੇ ਉੱਪਰ ਚਲੇ ਗਏ। ਆਸ਼ੋ ਫਰਸ਼ ਤਹਾਂ ਕਰਵਾਏ। ਉਹਦੇ ਉੱਤੇ ਪਹਿਲਾਂ ਹੀ ਵਿਛਾਈ ਕੀਤੀ ਹੋਈ ਸੀ। ਬੈਠੇ ਸਤਿਗੁਰ ਸਭਾ ਲਗਾਏ। ਤੇ ਗਰੀਬ ਨਵਾਜ ਫਿਰ ਉਸ ਥੜੇ ਦੇ ਉੱਤੇ ਚੌਂਕੜਾ ਮਾਰ ਕੇ ਬੈਠ ਗਏ। ਆਖੋ ਵਾਹਿਗੁਰੂ। ਵੇਖ ਲੋ ਸੰਗਤ ਜੀ, ਮਹਾਰਾਜ ਨੇ ਬਚਨ ਕੀਤਾ, ਸੂਰਬੀਰ ਬਚਨ ਕੇ ਬਲੀ। ਮਹਾਰਾਜ ਨੇ ਉਹ ਬਚਨ ਵੀ ਪੂਰਾ ਕੀਤਾ ਜੀ। ਜਿਹੜਾ ਬਚਨ ਕੀਤਾ ਉਹ ਬਚਨ ਮੇਰੇ ਸਤਿਗੁਰੂ ਜੀ ਨੇ ਪੂਰਾ ਕੀਤਾ। ਚੇਤਾ ਰੱਖਿਓ, ਮਰਿਆਂ ਹੋਇਆਂ ਦੇ ਇਸ ਤਰ੍ਹਾਂ ਥੜਿਆਂ ਦੇ ਉੱਤੇ ਕੋਈ ਨਹੀਂ ਚ ਬਹਿੰਦਾ। ਇਹ ਪੂਰੇ ਸਤਿਗੁਰੂ ਜੀ ਹੀ ਹਨ ਜਿਹੜੇ ਬਹਿ ਸਕਦੇ ਹਨ ਜੀ। ਹਾਂਜੀ। ਗਾਵਨ ਲੱਗੇ ਰਬਾਬੀ ਆਏ। ਤੇ ਫਿਰ ਰਬਾਬੀ ਜਿਹੜੇ ਸਨ ਉਹ ਆਉਣ ਲੱਗੇ, ਆਏ। ਉਹਨਾਂ ਕੀਰਤਨ ਕੀਤਾ। ਸਗਲ ਮੁਦਤ ਮਨ ਧਨ ਧਨ ਭਨ। ਜਦੋਂ ਮਹਾਰਾਜ ਉਸ ਥੜੇ ਦੇ ਉੱਤੇ ਬੈਠੇ ਨਾ, ਤੇ ਫਿਰ ਸਾਰੀਆਂ ਸੰਗਤਾਂ ਖੁਸ਼ ਹੋ ਗਈਆਂ ਜੀ। ਮਹਾਰਾਜ ਨੂੰ ਧੰਨ ਧੰਨ ਕਹਿਣ, ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ। ਹਾਂਜੀ। ਕਰਹਿ ਜੰਗ ਬਾਤਨ ਮੁਸਕਾਏ। ਤੇ ਮਹਾਰਾਜ ਫਿਰ ਉਸ ਥੜੇ ਦੇ ਉੱਤੇ ਬੈਠ ਗਏ। ਸਾਹਮਣੇ ਰਾਏ ਜੋਧ ਬੈਠਾ। ਮਹਾਰਾਜ ਮੁਸਕਰਾ ਕੇ ਬਚਨ ਕਰਨ ਜੀ। ਤੇ ਮਹਾਰਾਜ ਨੇ ਬਚਨ ਚੇਤਾ ਕਰਾਇਆ, ਰਾਏ ਜੋਧ ਅਸੀਂ ਕਿਹਾ ਸੀ ਸਭ ਤੁਰਕਾਂ ਨੂੰ ਮਾਰ ਕੇ ਇੱਥੇ ਹੀ ਨੱਪਾਂਗੇ, ਥੜਾ ਬਣਾ ਕੇ ਉੱਪਰ ਬੈਠ ਕੇ ਤੇਰੇ ਨਾਲ ਬਚਨ ਕਰਾਂਗੇ। ਉਹ ਬਚਨ ਮਹਾਰਾਜ ਨੇ ਪੂਰਾ ਕੀਤਾ। ਸਭਨ ਸੁਨਾਏ ਗੁਰੂ ਹਰਗੋਬਿੰਦ। ਹੁਣ ਮਹਾਰਾਜ ਉੱਚੀ ਸੁਣਾ ਕੇ ਸਾਰਿਆਂ ਨੂੰ ਸਿੱਖ ਮਹਾਰਾਜ ਕੋ ਨਿਕਟ ਬੁਲਾਏ। ਮਹਾਰਾਜ ਕਹਿੰਦੇ ਉਹ ਭਾਈ, ਉਹ ਮਹਾਰਾਜ ਕੇ ਵਾਲਾ ਜਿਹੜਾ ਸਿੱਖ ਹੈ ਉਹ ਲੈ ਕੇ ਆਓ ਉਹਨੂੰ ਸਾਡੇ ਕੋਲ। ਕਹਿਓ ਤੈਂ ਜੋ ਤਲਵਾਰ ਦੁਹਰਾਈ। ਅੰਤਰਯਾਮੀ ਗੁਰੂ ਜੀ ਨੂੰ ਪਤਾ ਹੀਗਾ ਸਾਰੀ ਗੱਲ ਦਾ ਜੀ। ਮਹਾਰਾਜ ਗਰੀਬ ਨਵਾਜ ਉਹਨੂੰ ਕਹਿਣ ਲੱਗੇ, ਉਹ ਭਾਈ ਜਿਹੜੀ ਤੂੰ ਤਲਵਾਰ ਲੁਕਾ ਕੇ ਰੱਖੀ ਹੈ, ਲੈ ਆਵੋ ਅਬ ਦੇਹੋ ਗਡਾਏ। ਮਹਾਰਾਜ ਕਹਿੰਦੇ ਉਹਨੂੰ ਲੈ ਆ, ਇੱਥੇ ਗੱਡ ਦੇ ਲਿਆ ਕੇ ਉਹਨੂੰ। ਮਹਾਰਾਜ ਕਹਿੰਦੇ ਉਹਨੂੰ ਲੈ ਆ ਤਲਵਾਰ ਨੂੰ ਜਿਹੜੀ ਲੁਕਾ ਕੇ ਰੱਖੀ। ਹੁਣ ਉਹਨੇ ਤੇ ਉੱਥੇ ਰੱਖੀ ਸੀ ਜਿੱਥੇ ਕਿਸੇ ਨੂੰ ਪਤਾ ਹੀ ਨਾ ਲੱਗੇ। ਪਰ ਕੌਣ ਦੱਸੇ, ਗੁਰੂ ਸਾਹਿਬ ਦਿਲਾਂ ਦੀਆਂ ਜਾਣਨ ਵਾਲੇ ਅੰਤਰਯਾਮੀ ਹਨ ਜੀ। ਹਾਂਜੀ। ਨਹੀਂ ਉਚਿਤ ਰਾਖਨ ਕੇ ਜਾਨੋ। ਮਹਾਰਾਜ ਕਹਿਣ ਲੱਗੇ ਇਹ ਸ਼ਸਤਰ ਰੱਖਣ ਦੇ ਯੋਗ ਨਹੀਂ ਹੈਗਾ। ਹਾਂਜੀ। ਸ਼ਤਰੁਨ ਸਾਥ ਗਰਤ ਦੇਹੋ ਡਾਰ। ਮਹਾਰਾਜ ਕਹਿਣ ਲੱਗੇ ਜਿੱਥੇ ਉਹ ਮਰ ਗਏ ਉਤਾਂ ਦੇ ਉਹਨਾਂ ਦੇ ਸ਼ਸਤਰ ਵੀ ਨੱਪ ਦਿੱਤੇ ਅਸੀਂ, ਤੂੰ ਵੀ ਨੱਪ ਦੇ। ਕਿਉਂ ਨਹੀਂ ਉਹ ਸ਼ਸਤਰ ਰੱਖਣ ਯੋਗ ਸੀ? ਕਿਉਂ? ਉਹ ਤਲਵਾਰ ਗੁਰੂ ਨਾਨਕ ਦੇਵ ਸਾਹਿਬ ਦੇ ਸਿੱਖਾਂ ਤੇ ਚੱਲੀ ਸੀਗੀ ਦੀ। ਇਸ ਕਰਕੇ ਅਸੀਂ ਉਹ ਸ਼ਸਤਰ ਕਿਵੇਂ ਰੱਖ ਸਕਦੇ ਹਾਂ ਸਾਧ ਸੰਗਤ ਜੀ? ਸੁਨ ਤਿਨ ਸਮਝਿਓ ਕਿਸਹੂ ਕਹਿਓ ਹੋਏ। ਹਾਂਜੀ। ਮਤਸਰ ਤੇ 400 ਉਚਾਰ। ਉਹ ਫਿਰ ਸਮਝ ਗਿਆ ਵੀ ਮੇਰੀ ਗੱਲ ਦੱਸ ਦਿੱਤੀ ਮਹਾਰਾਜ ਨੂੰ ਕਿਸੇ ਨੇ। ਜਿਵੇਂ ਕੋਈ ਬੰਦਾ ਗੱਲ ਕਹਿੰਦਾ ਕਿਸੇ ਨੂੰ ਤਾਂ ਉਹਨੂੰ ਹੁੰਦਾ ਵੀ ਕਿਹੜਾ ਇਹਨਾਂ ਨੂੰ ਪਤਾ ਲੱਗਣ ਦਿਆ, ਪਰ ਉਹ ਸਮਝ ਗਿਆ ਵੀ ਮੇਰੀ ਗੱਲ ਦੱਸ ਦਿੱਤੀ ਇਹਨਾਂ ਨੂੰ। ਮਤਸਰ ਤੇ ਚੁਗਲੀ 100 ਉਚਾਰ, ਕਿਸੇ ਨੇ ਈਰਖਾ ਵਸ ਮੇਰੀ ਚੁਗਲੀ ਲਾ ਦਿੱਤੀ। ਪਰ ਉਹਨੂੰ ਕੀ ਪਤਾ ਸੀ ਵੀ ਕਿਸੇ ਦੇ ਦੱਸਣ ਦੀ ਲੋੜ ਨਹੀਂ ਹੈਗੀ। ਜਿਹਨੂੰ ਆਪਾਂ ਮਹਾਰਾਜ ਕਹਿੰਦੇ ਉਹਨੂੰ ਸਭ ਪਤਾ ਹੁੰਦਾ ਹੈ। ਜਿਹਨੂੰ ਅਸੀਂ ਗੁਰੂ ਕਹਿੰਦੇ ਆ ਨਾ ਉਹਨੂੰ ਸਭ ਪਤਾ ਹੁੰਦਾ ਹੈ। ਉਹਨੂੰ ਲੋੜ ਨਹੀਂ ਹੈ ਵੀ ਉਹਨੂੰ ਕੋਈ ਚੁਗਲੀ ਆ ਕੇ ਲਾਵੇ ਤੇ ਕਿਸੇ ਦੀ ਕਮੀ ਦੱਸੇ ਤੇ ਉਹਨੂੰ ਫੇਰ ਹੀ ਪਤਾ ਲੱਗਣਾ ਹੈ। ਗੁਰੂ ਨੂੰ ਸਭ ਪਤਾ ਹੁੰਦਾ ਵੀ ਕਿਹਨੇ ਕੀ ਕੰਮ ਕੀਤਾ ਹੈ, ਕਿਹਨੇ ਕੀ ਕਿਹਾ ਹੈ। ਨਹੀਂ ਲੋਭ ਤੇ ਗੁਰਬਚ ਮਾਨਿਓ। ਮੁਕਰ ਗਇਓ ਨਾ ਲਈ ਤਰਵਾਰ। ਪਰ ਉਹ ਗੱਲ ਤੇ ਕੀਤੀ ਸੀ ਉਹਨੇ
ਗੱਲ ਤੇ ਕੀਤੀ ਸੀ ਪਰ ਝੂਠ ਹੀ ਬੋਲਤਾ ਤੇ ਮੁੱਕਰ ਹੀ ਗਿਆ। ਗੱਜ ਕੇ ਆਖੋ ਵਾਹਿਗੁਰੂ। ਕਈ ਬੰਦੇ ਗਲਤੀ ਤੇ ਕਰਦੇ ਆ, ਕੰਮ ਉਹ ਕਰਦੇ ਪਰ ਕਹਿੰਦੇ ਲੈ ਅਸੀਂ ਤੇ ਕੀਤਾ ਹੀ ਨਹੀਂ ਜੀ, ਸਾਨੂੰ ਤੇ ਪਤਾ ਹੀ ਨਹੀਂ ਜੀ, ਮੁੱਕਰ ਹੀ ਜਾਂਦੇ ਆ। ਤੇ ਕਹਿੰਦੇ ਮੁੱਕਰ ਗਿਆ ਸੋ ਮਰ ਗਿਆ, ਮੁੱਕਰ ਹੀ ਗਿਆ ਜੀ, ਉਹ ਮੁੱਕਰ ਗਿਆ। ਨਹੀਂ ਲੋਭ ਤੇ ਗੁਰਬਚਨ ਮਨ, ਕਿਉਂ? ਉਹਨੂੰ ਲਾਲਚ ਸੀ ਨਾ, ਤਲਵਾਰ ਬੜੀ ਕੀਮਤੀ ਮਹਿੰਗੀ ਸੀ, ਮਹਾਰਾਜ ਦਾ ਬਚਨ ਨਹੀਂ ਮੰਨਿਆ, ਮੁੱਕਰ ਗਇਓ, ਨਾ ਲਈ ਤਲਵਾਰ, ਮੁੱਕਰ ਹੀ ਗਿਆ, ਮੈਂ ਤੇ ਲਿੱਤੀ ਨਹੀਂ। ਮੁੱਕਰਨਾ ਕਿਹਨੂੰ ਕਹਿੰਦੇ? ਵੀ ਕੀਤਾ ਹੁੰਦਾ ਪਰ ਕਹਿਣਾ ਕੀਤਾ ਹੀ ਨਹੀਂ ਜੀ। ਤੇ ਮਹਾਰਾਜ ਨੂੰ ਕਿਹੜਾ ਨਹੀਂ ਪਤਾ। ਹਾਂਜੀ, ਤਿਸ ਮਨ ਕੀ ਗਤ ਅੰਤਰ ਜਾਮੀ, ਮਹਾਰਾਜ ਨੂੰ ਪਤਾ ਲੱਗ ਗਿਆ ਵੀ ਇਹਦੇ ਮਨ ਦੀ ਹਾਲਤ ਦਾ ਪਤਾ ਲੱਗ ਗਿਆ। ਜਾਨ ਲਈ ਲੋਭਿਓ ਹਿਤ ਧਾਰ, ਮਹਾਰਾਜ ਨੇ ਇੱਕ ਵਾਰੀ ਤੇ ਕਿਹਾ ਵੀ ਨੱਪ ਦੇ, ਪਰ ਇਹ ਮੁੱਕਰ ਹੀ ਗਿਆ ਵੀ ਮੈਂ ਲਈ ਨਹੀਂ। ਤੇ ਮਹਾਰਾਜ ਨੂੰ ਪਤਾ ਲੱਗਾ ਵੀ ਇਹਨੂੰ ਲਾਲਚ ਹੋ ਗਿਆ, ਲਾਲਚ ਚ ਆ ਗਿਆ ਹੈ। ਦਇਓ ਸਰਾਪ ਸਤਿਗੁਰ ਤਬ ਇਸ ਕੋ, ਮਹਾਰਾਜ ਨੇ ਵੇਖਿਆ ਮੁੱਕਰ ਗਿਆ, ਫਿਰ ਬਚਨ ਕੀਤਾ। ਇਹੋ ਜਿਹੇ ਬੰਦੇ ਫਿਰ ਖੁਸ਼ੀ ਨਹੀਂ ਲੈਂਦੇ। ਆਖੋ ਵਾਹਿਗੁਰੂ। ਇੱਕ ਤੇ ਗਲਤੀ ਕਰੋ ਤੁੱਤੋਂ ਝੂਠ ਬੋਲ ਦੋ, ਹਾਂਜੀ, ਤੇ ਇਹੋ ਜਿਹੇ ਬੰਦੇ ਖੁਸ਼ੀ ਨਹੀਂ ਲੈਂਦੇ, ਜੋ ਮਰਜ਼ੀ ਕਰਦੇ ਫਿਰਨ ਜੀ। ਮਹਾਰਾਜ ਗਰੀਬ ਨਵਾਜ ਜੀ ਕਹਿਣ ਲੱਗੇ ਨਹੀਂ ਬਾਕ ਮਾਨਿਓ ਲਭ ਧਾਰ, ਮਹਾਰਾਜ ਕਹਿੰਦੇ ਤੂੰ ਸਾਡਾ ਬਚਨ ਨਹੀਂ ਮੰਨਿਆ, ਲੋਭ ਕਰਕੇ। ਮਹਾਰਾਜ ਕਹਿੰਦੇ ਤੂੰ ਸਾਡਾ ਗੱਲ ਨਹੀਂ ਮੰਨੀ, ਸਾਡਾ ਬਚਨ ਨਹੀਂ ਮੰਨਿਆ। ਰਾਖਨ ਕਰੀ ਸੋ ਤੇਰੀ ਕੁਲ ਕੋਈ ਮਹਿ, ਨਹੀਂ, ਤੂੰ ਤੁਰਕ ਦੀ ਤਲਵਾਰ ਲੁਕਾ ਕੇ ਰੱਖੀ ਐ। ਹਾਂਜੀ, ਚਲਤ ਰਹੇ, ਚਲਤ ਰਹੇਗੀ ਖਰ ਤਰਵਾਰ, ਉਹ ਮੂਰਖ ਦੀ ਤਲਵਾਰ, ਤਿੱਖੀ ਤਲਵਾਰ। ਮਹਾਰਾਜ ਕਹਿੰਦੇ ਹੁਣ ਤੇਰੀ ਕੁੱਲ ਵਿੱਚ ਹੀ ਚੱਲੇਗੀ। ਬਚਨ ਕਰਤਾ ਜੀ, ਤੇ ਜੋ ਮਹਾਰਾਜ ਦੇ ਮੁਖੋਂ ਬਚਨ ਹੋ ਗਿਆ ਉਹ ਅਟਲ ਹੈ, ਉਹ ਨਹੀਂ ਮਿਟ ਸਕਦਾ। ਆਪਸ ਮਹਿਰਿਸ ਕਰਹਿ ਪਰਹਾਰੈ, ਮਹਾਰਾਜ ਕਹਿੰਦੇ ਹੁਣ ਤੇਰੀ ਕੁੱਲ ਦੇ ਬੰਦੇ ਆਪਸ ਵਿੱਚ ਹੀ ਲੜਦੇ ਰਹਿਣਗੇ, ਉਹੋ ਹੀ ਤਲਵਾਰ ਇੱਕ ਦੂਜੇ ਨੂੰ ਮਾਰਿਆ ਕਰਨਗੇ। ਕਟੈ ਕਿਰਪਾਨ ਸੰਗ ਬਹੁਮਾਰ, ਉਹ ਕਿਰਪਾਨ ਤੇਰੇ ਹੀ ਟੱਬਰ ਨੂੰ ਕੱਟੇਗੀ। ਹਾਂਜੀ, ਅਬ ਲਓ ਸਰਾਪ ਬਦਤਿ ਤਿਨ ਮੈਂ, ਭਾਈ ਸੰਤੋਖ ਸਿੰਘ ਜੀ ਕਹਿੰਦੇ ਹੁਣ ਤੱਕ ਉਹ ਜਿਹੜਾ ਮਹਾਰਾਜ ਦਾ ਬਚਨ ਹੈ ਨਾ, ਉਹਦੀ ਕੁੱਲ ਵਿੱਚ ਪ੍ਰਗਟ ਹੈ। ਲੜਤ ਰਹਿ ਹੋਏ ਖੜਗ ਪ੍ਰਹਾਰ, ਉਹਦੀ ਕੁੱਲ 'ਚ ਲੜਾਈ ਹੁੰਦੀ ਰਹਿੰਦੀ ਹੈ, ਲੜਦੇ ਹੀ ਰਹਿੰਦੇ ਆ ਤੇ ਤਲਵਾਰ ਚੱਲਦੀ ਰਹਿੰਦੀ ਹੈ। ਕਈ ਪਿੰਡਾਂ 'ਚ ਗੰਡਾਸੇ ਛੋਟੇ ਚੱਲਦੇ ਹੀ ਰਹਿੰਦੇ ਸੰਗਤ ਜੀ। ਹਾਂਜੀ, ਤਲਵਾਰ ਚੱਲਦੀ ਰਹਿੰਦੀ ਹੈ। ਸੋਧ ਦਾ ਵੀ ਇਸੇ ਤਰ੍ਹਾਂ ਹੋਇਆ ਜੀ ਉਹਦੇ ਨਾਲ ਵੀ। ਹਾਂਜੀ, ਸੰਧਿਆ ਲਗ ਸ਼੍ਰੀ ਸਤਿਗੁਰ ਬੈਠੇ, ਸੋ ਸ਼ਾਮ ਤੱਕ ਦਾ ਸਾਰਾ ਸਮਾਂ ਹਜੂਰ ਮਹਾਰਾਜ ਉਸੇ ਥੜੇ ਦੇ ਉੱਤੇ ਸੁਭਾਏਮਾਨ ਰਹੇ। ਲੋਕ ਹਜ਼ਾਰੋਂ ਦਰਸ਼ਨ ਆਏ, ਹਜ਼ਾਰਾਂ ਲੋਕਾਂ ਨੇ ਆ ਕੇ ਸਤਿਗੁਰੂ ਗਰੀਬ ਨਵਾਜ ਜੀ ਦੇ ਦਰਸ਼ਨ ਕੀਤੇ। ਪੇਖ ਰਣ ਕੋ ਕਸਮਾਨ ਕਨੇਰੋ, ਵੇਖ ਰਣ ਕੋ ਕਮਸਾਨ ਕਨੇਰੋ, ਵੇਖਿਆ ਜੰਗ ਕਮਸਾਨ ਦਾ ਹੋਇਆ ਜੀ। ਹਾਂਜੀ, ਮਰੇ ਬਹੁਰ ਅਰ ਉਰ ਬਿਸਮਾਏ, ਇੰਨੇ ਜ਼ਿਆਦਾ ਮਾਰੇ ਲੋਕ ਹੈਰਾਨ ਹੋ ਰਹੇ ਸਨ ਜੀ। ਬੰਧਨ ਕਰਹਿ ਨਿਹਾਰਹਿ ਸਨ ਤੇ ਮੁਖ, ਮਹਾਰਾਜ ਉਸ ਥੜੇ ਦੇ ਉੱਤੇ ਬੈਠੇ ਤੇ ਨਮਸਕਾਰਾਂ ਕਰਦੇ ਲੋਕ, ਇੱਕ ਦੂਜੇ ਨੂੰ ਪੁੱਛਦੇ ਫੌਜਾਂ ਕਿੱਥੇ ਨੇ? ਤੇ ਸਿੱਖ ਕਹਿੰਦੇ ਆ ਜਿਹੜਾ ਥੜਾ ਬਣਾਇਆ ਨਾ ਇਹਦੇ ਥੱਲੇ ਹੀ ਨੇ ਸਾਰੀਆਂ, ਇਹਦੇ ਥੱਲੇ ਹੀ ਜੇ ਸਾਰੀਆਂ ਫੌਜਾਂ, ਉੱਤੇ ਬੈਠੇ ਜੇ ਮਹਾਰਾਜ ਸਾਰਿਆਂ ਦੇ। ਹਾਂਜੀ, ਭਾਂਤ ਭਾਂਤ ਕੀ ਭੇਟ ਚੜਾਏ, ਤੇ ਕਈ ਤਰ੍ਹਾਂ ਦੀਆਂ ਭੇਟਾਵਾਂ ਫਿਰ ਗੁਰੂ ਜੀ ਦੇ ਸਿੱਖ ਮਹਾਰਾਜ ਜੀ ਨੂੰ ਚੜਾਉਂਦੇ ਹਨ। ਅਦਭੁਤ ਸਹਿਤ ਸਰਬ ਹੀ ਹਰਖੇ, ਸਾਰੇ ਬਹੁਤੇ ਹੀ ਖੁਸ਼ ਹੋਣ। ਜਿਵੇਂ ਤੁਹਾਨੂੰ ਸੁਣ ਕੇ ਖੁਸ਼ੀ ਹੋ ਰਹੀ ਹੈ ਨਾ, ਸਿੱਖ ਬਹੁਤੇ ਹੀ ਖੁਸ਼ ਹੋਣ। ਸੰਗਰ ਬਾਤ ਕਰੈ ਸਮੁਦਾਏ, ਤੇ ਸੰਘਰਸ਼ ਦੀਆਂ ਗੱਲਾਂ ਕਰਦੇ, ਜੰਗ ਦੀਆਂ ਗੱਲਾਂ ਕਰਦੇ ਹਨ। ਤਿਮਰ ਪਾਏ ਉਠ ਸ਼੍ਰੀ ਹਰਿ ਗੋਬਿੰਦ, ਸਵੇਰ ਹੋ ਗਈ ਜੀ, ਵਾਹਿਗੁਰੂ ਗੱਜ ਕੇ ਆਖੋ ਵਾਹਿਗੁਰੂ। ਰਾਤ ਤਿਮਰ ਹੋ ਗਈ, ਤਿਮਰ ਦਾ ਮਤਲਬ ਹਨੇਰਾ ਹੋਣਾ। ਹਨੇਰਾ ਹੋ ਗਿਆ, ਮਹਾਰਾਜ ਉਸ ਥੜੇ ਤੋਂ ਉੱਠ ਪਏ। ਆਏ ਸਿਵਰ ਤੰਬੂ ਵੱਡ ਮਾਹੇ, ਮਹਾਰਾਜ ਜਿੱਥੇ ਆਸਣ ਲੱਗਾ ਹੈ ਨਾ,
ਉਸ ਜਗ੍ਹਾ ਤੰਬੂ ਵਿੱਚ ਆ ਗਏ। ਚਾਰ ਪਰਅੰਕ ਪੀਠ ਪਰ ਬੈਠੇ। ਸੋਹਣਾ ਪਲੰਘਾ ਡਾਇਆ ਸੀ, ਗਰੀਬ ਨਿਵਾਸ ਉਸ ਪਲੰਘੇ ਦੇ ਉੱਤੇ ਬੈਠ ਗਏ। ਅਪਰ ਗਏ ਸਭ ਨਿਜ ਨਿਜ ਥਾਂ। ਸੇਵਕ ਆਪੋ ਆਪਣੀਆਂ ਥਾਵਾਂ ਉੱਤੇ ਚਲੇ ਗਏ। ਖਾਨ ਪਾਨ ਮਨ ਭਾਵਤ ਕਰ ਸੋ ਕਰ। ਛਕ ਛਕਾ ਕੇ ਮਨ ਭਾਉਂਦੇ ਬਚਨ ਕਰਕੇ ਸੁਪਤ ਜਥਾ ਮਨ ਚਿੰਤ ਮਿਟਾਹੇ। ਨਿਸ਼ਚਿੰਤ ਹੋ ਕੇ ਆਰਾਮ ਕੀਤਾ ਜੀ ਸਾਰਿਆਂ ਨੇ, ਨਿਸ਼ਚਿੰਤ ਹੋ ਕੇ ਆਰਾਮ ਕੀਤਾ। ਵਾਹਿਗੁਰੂ ਜੀ ਕੀ ਸੋ ਫਤਿਹ ਬੜ ਦੇਸ਼ ਵਿਦੇਸ਼ਨ ਮਹਿ ਬਿਦਤਾਏ। ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਬਹੁਤ ਵੱਡੀ ਫਤਿਹ ਹੋਈ ਹੈ। ਇਹ ਗੱਲ ਆਸੇ ਪਾਸੇ ਮਸ਼ਹੂਰ ਹੋ ਗਈ ਜੀ ਸਾਰੇ ਕਿਤੇ ਜੀ, ਪਰ ਅਜੇ ਲਾਹੌਰ ਖਬਰ ਨਹੀਂ ਪਹੁੰਚੀ। ਅੱਜ ਤੇ ਨੈਟ ਦਾ ਜ਼ਮਾਨਾ, ਉਸੇ ਵੇਲੇ ਅਮਰੀਕਾ ਭਾਵੇਂ ਖਬਰ ਪਹੁੰਚਾ ਦਿਓ, ਉਰੋਂ ਤੇ ਬੰਦੇ ਹੀ ਜਾਂਦੇ ਹੁੰਦੇ ਸੀਗੇ ਖਬਰਾਂ ਦੇਣ ਜੀ। ਹਾਂਜੀ, ਜਾਮ ਜਾਮਨੀ ਜਾਗੇ ਸਤਿਗੁਰ। ਸੋ ਅੰਮ੍ਰਿਤ ਵੇਲਾ ਹੋਇਆ, ਗਰੀਬ ਨਵਾਜ ਸੱਚੇ ਪਾਤਸ਼ਾਹ ਜਾਗੇ। ਸੌਚ ਇਸ਼ਨਾਨ ਧਿਆਨ ਕੋ ਠਾਨ। ਮਹਾਰਾਜ ਜੀ ਨੇ ਸੌਚ ਇਸ਼ਨਾਨ ਕੀਤਾ, ਧਿਆਨ ਜੋੜਿਆ ਪਰਮੇਸ਼ਰ ਵਿੱਚ। ਆਸਾ ਵਾਰ ਰਬਾਬੀ ਗਾਵਤ। ਰਬਾਬੀਆਂ ਨੇ ਆ ਕੇ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ। ਭਜਨ ਹੋਤ ਦਲ ਬਿਖੈ ਮਹਾਨ। ਦਲ ਵਿੱਚ ਫੌਜਾਂ ਦੇ ਵਿੱਚ ਖੂਬ ਭਜਨ ਬੰਦਗੀ ਹੋ ਰਹੀ ਹੈ ਭਾਈ। ਭਈ ਪ੍ਰਭਾਤ ਪੁਨ ਸਭਾ ਲਗਾਏ। ਸਵੇਰ ਹੋਈ, ਮਹਾਰਾਜ ਨੇ ਫਿਰ ਸਭਾ ਲਾ ਲਈ ਜੀ। ਜੋਧ ਸਲੀਮ ਸ਼ਾਹ ਚੱਲ ਕਰ ਰਾਏ ਜੋਧ ਤੇ ਸਲੇਮ ਸ਼ਾਹ ਉਹਦਾ ਭਰਾ, ਇਹ ਮਹਾਰਾਜ ਜੀ ਦੇ ਚਰਨਾਂ ਵਿੱਚ ਸਤਿਗੁਰੂ ਜੀ ਦੇ ਚਰਨ ਪਰਸਣ ਵਾਸਤੇ ਆਏ। ਵਿਧੀ ਚੰਦ ਦਿਜ ਜਾਤੀ ਮਲਕ ਸੋ। ਹਾਂਜੀ। ਬੈਠਤ ਭਏ ਸੋ ਭਟ ਸਮੁਦਾਏ। ਵਿਧੀ ਚੰਦ ਜੀ ਤੇ ਜਾਤਕ ਮਲਕ ਉੱਥੇ ਬੈਠੇ ਹੋਏ ਸਨ। ਹੁਣ ਅਗਲੀ ਗੱਲ ਸੁਣਨ ਵਾਲੀ ਹੈ। ਹਾਂਜੀ, ਸ਼੍ਰੀ ਸਤਿਗੁਰ ਕੋ ਕਰ ਕਰ ਬੰਦਨ। ਹੇਰ ਹੇਰ ਸਗਰੇ ਹਰ ਖਾਏ। ਮਹਾਰਾਜ ਨੂੰ ਨਮਸਕਾਰਾਂ ਕਰ ਕਰਕੇ ਸਾਰੇ ਹੀ ਬੜੇ ਖੁਸ਼ ਹੋ ਰਹੇ ਆ, ਬੜੇ ਆਨੰਦ ਚ ਹੋ ਰਹੇ ਆ। ਹਾਂਜੀ, ਮੁਦਤ ਸੋ ਦੂਤ ਹਸਨ ਖਾਂ ਆਏ। ਆ ਗਿਆ ਜੀ ਹਸਨ ਖਾਂ ਦੂਤ, ਉਹਨੂੰ ਬਚਨ ਕੀਤਾ ਮਹਾਰਾਜ ਨੇ। ਹਸਨ ਖਾਂ ਦੂਤ ਮਹਾਰਾਜ ਜੀ ਦੇ ਲਾਗੇ ਆਇਆ। ਜੁਗ ਕਰ ਜੋਰਤ ਸੀਸ ਨਿਵਾਏ। ਦੋਵੇਂ ਹੱਥ ਜੋੜੇ ਹਸਨ ਖਾਂ ਨੇ ਤੇ ਸਤਿਗੁਰੂ ਜੀ ਨੂੰ ਸੀਸ ਨਵਾਇਆ। ਆਪਾਂ ਵੀ ਨਵਾਈਏ, ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ, ਕਰਾਮਾਤ ਕਾਮਲ ਬੜ ਆਰਿਫ। ਮਹਾਰਾਜ ਤੁਹਾਨੂੰ ਕਰਾਮਾਤ ਹੀ ਕਹਾਂ, ਤੁਹਾਨੂੰ ਕਾਮਲ ਕਹਾਂ, ਪੂਰਾ ਕਹਾਂ, ਜਾਂ ਬਹੁਤ ਵੱਡਾ ਸੂਰਮਾ ਕਹਾਂ ਮਹਾਰਾਜ। ਹਾਂਜੀ, ਸਮਸਰ ਨਹੀਂ ਜਗਤ ਮੈਂ ਕੋਈ। ਪਰ ਮਹਾਰਾਜ ਮੈਂ ਵੇਖ ਲਿਆ ਆਪ ਜੀ ਨਾਲ ਰਹਿ ਕੇ, ਪੂਰੇ ਜਗਤ ਦੇ ਵਿੱਚ ਤੁਹਾਡੇ ਬਰਾਬਰ ਦਾ ਹੋਰ ਕੋਈ ਨਹੀਂ ਹੈਗਾ। ਹਸਨ ਖਾਂ ਕਹਿ ਰਿਹਾ, ਤੁਮ ਹੀ ਜੀ ਜੰਤ ਕੇ ਦਾਤੇ। ਮਹਾਰਾਜ ਤੁਸੀਂ ਜੀ ਜਨਤਾ ਦੇ ਦਾਤੇ ਹੋ, ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾ ਦਾਤਾਰਾ। ਹਾਂਜੀ, ਜਿਮ ਚਿਤ ਚਾਹੋ ਬਨਤ ਹੈ ਸੋਏ। ਜੋ ਤੁਸੀਂ ਚਾਹੋ ਨਾ ਉਹ ਹੋਣ ਲੱਗ ਪੈਂਦਾ ਹੈ, ਜੋ ਤੁਸੀਂ ਫੁਰਨਾ ਕਰੋ ਉਸੇ ਤਰ੍ਹਾਂ ਹੁੰਦਾ ਹੈ। ਮੌਕਾ ਹੋ ਹੁਕਮ ਆਹੈ ਕਿਸ ਬਿਧ ਕੋ। ਮੈਨੂੰ ਕੀ ਹੁਕਮ ਹੈ, ਹੁਣ ਮੈਂ ਕੀ ਕਰਾਂ ਮਹਾਰਾਜ। ਕਰੋ ਕਿਰਪਾ ਜਿਮ ਸਿਦਕੀ ਹੋਏ। ਜੋ ਆਪ ਜੀ ਹੁਕਮ ਕਰੋਗੇ ਮਹਾਰਾਜ ਉਸੇ ਤਰ੍ਹਾਂ ਕਰਾਂਗਾ। ਹੁਣ ਮੈਂ ਤੁਹਾਡੇ ਸਿਦਕ ਵਾਲਾ ਹੋ ਗਿਆ ਹਾਂ, ਭਾਵ ਤੁਹਾਡੇ ਭਰੋਸੇ ਵਾਲਾ ਹੋ ਗਿਆ ਹਾਂ। ਮੈਨੂੰ ਆਪ ਜੀ ਉੱਤੇ ਭਰੋਸਾ ਹੈ। ਮਰੇ ਤੁਰਕ ਸਭ ਫਤਿਹ ਲਈ ਤੁਮ। ਬਿਦਤ ਜਗਤ ਮਹਿ ਜਸ ਕੋ ਜੋਏ। ਇਹ ਤੇ ਸਭ ਨੂੰ ਹੀ ਪਤਾ ਲੱਗ ਗਿਆ ਵੀ ਤੁਰਕ ਮਰ ਗਏ ਆ, ਤੁਹਾਡੀ ਫਤਿਹ ਹੋਈ ਹੈ, ਜਿੱਤ ਹੋਈ ਹੈ, ਇਹ ਤਾਂ ਸਭ ਨੂੰ ਪਤਾ ਲੱਗ ਗਿਆ। ਮੁਸਕਾਵਤ ਗੁਰ ਬਾਕ ਬਖਾਨੇ। ਮਹਾਰਾਜ ਨੇ ਫਿਰ ਮੁਸਕਰਾ ਕੇ ਬਚਨ ਕੀਤਾ। ਮਹਾਰਾਜ ਮੁਸਕਰਾਉਣ ਲੱਗੇ ਤੇ ਮੁਸਕਰਾ ਕੇ ਬਚਨ ਕਰਦੇ ਹਨ। ਸੂਬਾ ਕਾਬਲ ਕੋ ਬਨ ਜਾਏ। ਮਹਾਰਾਜ ਕਹਿੰਦੇ ਹਸਨ ਖਾਂ ਹੁਣ ਤੇਰੀ ਵਾਰੀ ਹੈ, ਤੂੰ ਕਾਬਲ ਦਾ ਸੂਬੇਦਾਰ ਬਣਨਾ। ਹਾਂਜੀ, ਮਨਸਬ ਲਲਾਂ ਬੇਗ ਕੋ ਲੈ ਹੈ। ਮਹਾਰਾਜ ਕਹਿੰਦੇ ਜੋ ਪਦਵੀ ਲਲਾਂ ਬੇਗ ਦੀ ਸੀ ਨਾ, ਹੁਣ ਉਹ ਪਦਵੀ ਤੈਨੂੰ ਪ੍ਰਾਪਤ ਹੋਣੀ ਹੈ। ਉਹਨੇ ਗੁਰੂ ਸਾਹਿਬ ਵਾਸਤੇ ਮਾਰ ਖਾਧੀ ਸੀ ਨਾ ਲਲਾਂ ਬੇਗ ਦੇ ਕੋਲੋਂ, ਤੇ ਮਹਾਰਾਜ ਨੇ ਕਿਹਾ ਸੀ ਤੈਨੂੰ ਹੀ ਕਾਬਲ ਦਾ ਸੂਬੇਦਾਰ ਬਣਾਵਾਂਗੇ। ਹੁਣ ਬਚਨ ਕੀਤਾ। ਮਹਾਰਾਜ ਕਹਿੰਦੇ ਜਿਹੜੀ ਪਦਵੀ ਲਲਾਂ ਬੇਗ ਦੀ ਹੈ
ਉਹ ਤੈਨੂੰ ਮਿਲੇਗੀ। ਗੁਰ ਕੀ ਸ਼ਰਨ ਪਰਿਓ ਫਲ ਪਾਏ। ਗੁਰੂ ਦੀ ਸ਼ਰਨ ਵਿੱਚ ਆਉਣ ਦਾ ਤੈਨੂੰ ਫਲ ਮਿਲੇਗਾ। ਮਹਾਰਾਜ ਕਹਿੰਦੇ ਉਹ ਫਲ ਮਹਾਰਾਜ ਦੇ ਕੋਲ ਆਇਆ ਜੀ, ਉਹਨੂੰ ਫਲ ਦਿੱਤਾ। ਜੇਤਿਕ ਬਚੇ ਤੁਰਕ ਲੇਹੋ ਸੰਗੇ। ਮਹਾਰਾਜ ਮੈਂ ਕਰਾਂ ਕੀ, ਬਣਾਂਗਾ ਕਿਵੇਂ? ਮਹਾਰਾਜ ਕਹਿੰਦੇ ਜਿੰਨੇ ਕੁ ਤੁਰਕ ਬਚ ਗਏ ਆ ਨਾ, ਇਹਨਾਂ ਸਾਰਿਆਂ ਨੂੰ ਨਾਲ ਲੈ ਜਾ। ਸ਼ਾਹੋ ਜਹਾਂ ਕੋ ਸੁਧ ਦੇਹੋ ਧਾਏ। ਤੇ ਤੂੰ ਸ਼ਾਹਜਹਾਂ ਦੇ ਕੋਲ ਚਲੇ ਜਾ। ਅਜੇ ਸ਼ਾਹਜਹਾਂ ਨੂੰ ਪਤਾ ਨਹੀਂ ਹੈ, ਉਹਨੂੰ ਸਾਰੀ ਗੱਲ ਨਾਲੇ ਦੱਸ। ਤਿਨ ਕੇ ਤੁਰੰਗ ਜੋ ਦਲ ਮਹਿ ਆਏ। ਮਹਾਰਾਜ ਕਹਿੰਦੇ ਘੋੜੇ ਜਿਉਂਦੇ ਪਏ ਅਜੇ ਉਹਨਾਂ ਦੇ, ਜਿਹੜੇ ਫੌਜਾਂ ਵਿੱਚ ਨਾਲ ਲੈ ਕੇ ਆਏ ਸੀ। ਸੋ ਤੁਝ ਕੋ ਦੇ ਹੈ ਫਿਰਵਾਏ। ਮਹਾਰਾਜ ਕਹਿੰਦੇ ਉਹ ਤੈਨੂੰ ਫੜਾ ਦਿੰਨੇ ਆ, ਤੇ ਤੂੰ ਆਖੀ ਸਿਪਾਹੀ ਤੇ ਘੋੜੇ ਮੈਂ ਬਜਾ ਕੇ ਲੈ ਕੇ ਆਇਆ। ਆਖੋ ਵਾਹਿਗੁਰੂ। ਵਾਹਿਗੁਰੂ। ਗੱਜ ਕੇ ਤੇ ਫਿਰ ਆਪੇ ਹੀ ਲੱਲਾ ਬੇਗ ਨੇ ਖੁਸ਼ ਹੋ ਜਾਣਾ। ਵਾਹਿਗੁਰੂ ਉਹਨੇ ਸ਼ਾਹਜਹਾਂ ਨੇ ਖੁਸ਼ ਹੋ ਜਾਣਾ ਜੀ। ਹਾਂਜੀ। ਸਹਿਤ ਸੈਨ ਸੁਤ ਬੰਧਪ ਜੇਤਕ। ਲਲਾਂ ਬੇਗ ਹੱਥ ਭਾ ਕਹਿ ਮਹਾਰਾਜ ਜਾਏ। ਕਹਿੰਦੇ ਸ਼ਾਹਜਹਾਂ ਨੂੰ ਕਹਿ ਦੀ ਜਾ ਕੇ, ਲਲਾਂ ਬੇਗ ਆਪਣੇ ਪੁੱਤਰਾਂ ਦੇ ਸਮੇਤ, ਆਪਣੀਆਂ ਫੌਜਾਂ ਦੇ ਰਿਸ਼ਤੇਦਾਰਾਂ ਦੇ ਸਮੇਤ ਜੰਗ ਦੇ ਮੈਦਾਨ ਵਿੱਚ ਮਰ ਗਿਆ। ਸੁਨ ਗੁਰ ਹੁਕਮ ਸਿਦਕ ਕੋ ਧਰ ਔਰ। ਉਹਨੇ ਭਰੋਸਾ ਕੀਤਾ ਵੀ ਜੇ ਮੈਂ ਬਾਦਸ਼ਾਹ ਕੋ ਹਾਰ ਦੀ ਖਬਰ ਸੁਣਾਵਾਂਗਾ ਤੇ ਬਾਦਸ਼ਾਹ ਮੈਨੂੰ ਮਾਰੇਗਾ, ਪਰ ਉਹਨੇ ਇਹ ਗੱਲ ਸੋਚੀ ਨਹੀਂ। ਉਹਨੇ ਮਹਾਰਾਜ ਤੇ ਭਰੋਸਾ ਕੀਤਾ ਜੀ, ਵੀ ਜੇ ਮਹਾਰਾਜ ਨੇ ਕਿਹਾ ਵੀ ਜਾ ਤੇ ਫਿਰ ਮੇਰਾ ਕੁਝ ਨਹੀਂ ਵਿਗੜਦਾ। ਭਇਓ ਤਿਆਰ ਨਿਸ਼ਚਾ ਬਚ ਪਾਏ। ਸੋ ਮਹਾਰਾਜ ਜੀ ਦਾ ਬਚਨ ਪਾਇਆ ਉਹਨੇ, ਨਿਸ਼ਚਾ ਆਇਆ, ਉਹਨੂੰ ਭਰੋਸਾ ਆਇਆ। ਸੰਗ ਤੁਰਕ ਸਹਿ ਤੁਰੰਗ ਏਕ ਸੋ। ਸੋ ਨਾਲ ਤੁਰਕਾਂ ਦੇ ਬਚੇ ਹੋਏ ਸਿਪਾਹੀ ਤੇ 100 ਤੁਰਕਾਂ ਦਾ ਜਿਹੜਾ ਘੋੜਾ ਹੈ। ਚੱਲਨ ਸਮੈ ਗੁਰ ਕੇ ਪਰ ਪਾਏ। ਤੇ ਸਾਧ ਸੰਗਤ ਜੀ ਉਹ ਨਾਲ ਲੈ ਕੇ ਚੱਲਾ। ਤੇ ਹਸਨ ਖਾਂ ਚੱਲਣ ਲੱਗਿਆ ਗੁਰੂ ਹਰਗੋਬਿੰਦ ਸਾਹਿਬ ਨੂੰ ਮੱਥਾ ਟੇਕਣ ਦੇ ਆ ਕੇ, ਮਹਾਰਾਜ ਦੇ ਚਰਨੀ ਪੈਣ ਦੇ ਆ। ਮਹਾਰਾਜ ਹੁਣ ਮੈਂ ਚੱਲਾਂ, ਪਿੱਛੋਂ ਮਿਹਰ ਕਰਿਓ। ਕਿਰਪਾ ਕਰੀ ਤਬ ਸ਼੍ਰੀ ਹਰਿ ਗੋਬਿੰਦ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਉਹਦੇ ਉੱਤੇ ਕਿਰਪਾ ਵੀ ਕੀਤੀ, ਬਖਸ਼ਿਸ਼ ਵੀ ਕੀਤੀ। ਬਹੁ ਮੋਲਾ ਕਰ ਬਹੁ ਮੋਲਾ ਦੇ ਕਰ ਸਿਰ ਪਾਏ। ਤੇ ਬੜਾ ਕੀਮਤੀ ਸਰੋਪਾ ਉੱਥੋਂ ਹੀ ਪਾ ਕੇ ਤੋਰਿਆ। ਕਿਸੇ ਨੂੰ ਵੱਡੀ ਪਦਵੀ ਦਈਏ ਤੇ ਗੁਰੂ ਘਰ 'ਚ ਸਰੋਪਾ ਮਿਲਦਾ। ਆਖੋ ਵਾਹਿਗੁਰੂ। ਗੱਜ ਕੇ ਆਖਿਆ ਕਰੋ ਨਾ ਵਾਹਿਗੁਰੂ। ਤੇ ਵੱਡੀ ਪਦਵੀ ਦਿੱਤੀ ਜਾਂਦੀ ਤੇ ਗੁਰੂ ਘਰ ਵੱਲੋਂ ਸਰੋਪਾ ਮਿਲਦਾ। ਤੇ ਉਹਨੂੰ ਹੁਣ ਕਾਬਲ ਦਾ ਸੂਬੇਦਾਰ ਬਣਾ ਰਹੇ ਮਹਾਰਾਜ। ਖੇਡ ਤਾਂ ਮਹਾਰਾਜ ਦੀ ਵਰਤਣੀ ਹੈ ਨਾ ਪਿੱਛੋਂ, ਤੇ ਮਹਾਰਾਜ ਪਹਿਲਾਂ ਹੀ ਸਰੋਪਾ ਪਾ ਦਿੱਤਾ ਜੀ। ਹਾਂਜੀ। ਕਰਿਓ ਬਿਸਰਜਨ ਗਮਨਿਓ ਤੂਰਨ। ਸੋ ਮਹਾਰਾਜ ਨੇ ਉਹਨੂੰ ਵਿਦਾ ਕੀਤਾ ਤੇ ਹਸਨ ਖਾਂ ਛੇਤੀ ਨਾਲ ਤੁਰ ਪਿਆ। ਨਿਸਬਾ ਸੁਰ ਮਹਿ ਚਲਬੋ ਕੀਨ। ਤੇ ਦਿਨ ਰਾਤ ਸਾਧ ਸੰਗਤ ਜੀ ਉਹ ਸਫ਼ਰ ਕਰਦਾ ਰਿਹਾ। ਦਿਨ ਹੇਤ ਸੁਧ ਸ਼ੀਗਰ ਕਰੰਤਾ। ਉਹਨੂੰ ਸੀ ਵੀ ਫਿਰ ਪਹਿਲਾਂ ਮੈਂ ਖਬਰ ਸੁਣਾ ਦਿਆਂ, ਕੋਈ ਹੋਰ ਇਹ ਖਬਰ ਜਿਹੜੀ ਹੈ ਉਹ ਨਾ ਦੱਸੇ। ਸਿਮਰਤ ਸਤਿਗੁਰ ਨਾਮ ਪ੍ਰਬੀਨ। ਤੇ ਮਹਾਰਾਜ ਜੀ ਦੇ ਨਾਮ ਦਾ ਸਿਮਰਨ ਕਰਦਾ ਹੋਇਆ ਹਸਨ ਖਾਂ ਜਾ ਰਿਹਾ ਹੈ। ਲਵਪੁਰ ਪਹੁੰਚਿਓ ਮਹਾ ਥਕਤ ਹੋਏ। ਕਿਤਕ ਬੇਹਾਲ ਸੰਗ ਮਹਿ ਲੀਨ। ਨਿਸ਼ਪ੍ਰਭ ਘਾਇਲ ਬਿਨ ਉਤਸਾਹਾ। ਫਟੇ ਬਸਤਰ ਅਰ ਸ਼ਸਤਰ ਬਹੀਨ। ਸੋ ਸੈਨਾਪਤੀ ਰਹਿਤ ਸੀ ਫੌਜਾਂ, ਜ਼ਖਮੀ ਵੀ ਸਨ, ਕੁਝ ਫਟੇ ਹੋਏ ਕੱਪੜੇ ਸਨ, ਕੁਝ ਜਿਹੜੇ ਸਨ ਉਹ ਸ਼ਸਤਰਾਂ ਤੋਂ ਰਹਿਤ ਸਨ। ਪਰ 100 ਕੁ ਘੋੜਾ ਲੈ ਕੇ ਤੇ ਫੌਜਾਂ ਲੈ ਕੇ ਹਸਨ ਖਾਂ ਦੂਤ ਬਾਦਸ਼ਾਹ ਸ਼ਾਹਜਹਾਂ ਦੇ ਕੋਲ ਜਾਂਦਾ ਹੈ। ਅੱਗੋਂ ਫਿਰ ਜੋ ਹੋਏਗਾ ਉਹ ਸਾਧ ਸੰਗਤ ਜੀ ਅਗਲਾ ਪ੍ਰਸੰਗ ਕੱਲ੍ਹ ਨੂੰ ਸ਼ੁਰੂ ਹੋਏਗਾ। ਅੱਜ ਦਾ ਪ੍ਰਸੰਗ ਇੱਥੇ ਹੀ ਸਮਾਪਤ ਹੈ। ਸਤਿਗੁਰੂ ਜੀ ਸਾਡੇ ਉੱਤੇ ਕਿਰਪਾ ਕਰਨ, ਬਖਸ਼ਿਸ਼ ਕਰਨ। ਜੋ ਜੋ ਮਹਾਰਾਜ ਨੇ ਬਚਨ ਕੀਤਾ, ਸਤਿਗੁਰੂ ਜੀ ਨੇ ਉਹ ਬਚਨ ਆਪਣਾ ਪੂਰਾ ਵੀ ਕੀਤਾ ਜੀ। ਬਚਨ ਪੂਰਾ ਕੀਤਾ, ਬਖਸ਼ਿਸ਼ਾਂ ਵਰਤਾਈਆਂ, ਮਿਹਰਾਂ ਵਰਤਾਈਆਂ ਗਰੀਬ ਨਵਾਜ ਮਹਾਰਾਜ ਨੇ। ਬਚਨ ਇਨ ਬਿਨ ਭਾਈ ਗੁਰਦਾਸ ਜੀ ਦੇ ਮਹਾਰਾਜ ਜੀ ਦੇ ਉੱਤੇ ਟੁਕਦੇ ਆ। ਵੱਡ ਜੋਧਾ
ਬਹੁ ਪਰ ਉਪਕਾਰੀ, ਵੱਡ ਜੋਦਾ ਬਹੁ ਪਰ ਉਪਕਾਰੀ। ਦਲ ਭੰਜਨ ਗੁਰ ਸੂਰਮਾ, ਦਲ ਭੰਜਨ ਗੁਰ ਸੂਰਮਾ। ਦਲ ਭੰਜਨ ਗੁਰ ਸੂਰਮਾ, ਦਲ ਭੰਜਨ ਗੁਰ ਸੂਰਮਾ। ਵੱਡ ਜੋਦਾ ਬਹੁ ਪਰ ਉਪਕਾਰੀ, ਵੱਡ ਜੋਦਾ ਬਹੁ ਪਰ ਉਪਕਾਰੀ। ਪਹਿਲੀਆਂ ਵਿੱਚ ਰਾਏ ਜੋਧ ਨੇ ਥੋੜੀ ਜਿਹੀ ਢਿੱਲੀ ਜਿਹੀ ਗੱਲ ਕੀਤੀ ਸੀ ਕਿ ਛੁਪ ਜੀਏ, ਫੌਜਾਂ ਆ ਜਾਣੀਆਂ, ਫੌਜਾਂ ਜਾਦੀਆਂ ਹੋਣੀਆਂ, ਕਿਤੇ ਲੁੱਕ ਕੇ ਜਾ ਕੇ ਬਹਿ ਜੀਏ। ਮਹਾਰਾਜ ਕਹਿੰਦੇ ਰਾਏ ਜੋਧ ਚੜ੍ਹਦੀ ਕਲਾ ਵਾਲੇ ਬਚਨ ਕਰੀਦੇ ਆ, ਢਿੱਲੀਆਂ ਗੱਲਾਂ ਨਹੀਂ ਕਰੀਦੀਆਂ, ਚੜ੍ਹਦੀ ਕਲਾ ਵਾਲੇ ਬਚਨ ਕਰੀਦੇ ਆ। ਫਿਰ ਕੀ ਹੋਇਆ ਜੇ ਫੌਜਾਂ ਆ ਰਹੀਆਂ, ਇੱਥੇ ਹੀ ਨੱਪਾਂਗੇ, ਉੱਤੇ ਥੜਾ ਬਣਾ ਕੇ ਬੈਠਾਂਗੇ ਤੇ ਤੇਰੇ ਨਾਲ ਗੱਲਾਂ ਕਰਿਆ ਕਰਾਂਗੇ। ਸੋ ਮਹਾਰਾਜ ਜੀ ਨੇ ਉਹ ਬਚਨ ਪੂਰਾ ਕੀਤਾ ਗਰੀਬ ਨਵਾਜ ਜੀ ਨੇ, ਸੂਰਬੀਰ ਬਚਨ ਕੇ ਬਲੀ। ਸੋ ਅਗਲਾ ਪ੍ਰਸੰਗ ਆਪਾਂ ਅਗਲੇ ਦਿਨਾਂ ਦੇ ਵਿੱਚ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਪਿਆਰ ਦੇ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ